श्लोक थर जियरे एक टेक तू लाह बिडानी आस नानक नाम ध्याईऐ कारज आवै रास। पौड़ी तदा धावत तौ मिटै संत संग होए बास। धुर ते कृपा करो आप तो होए माने परगास। धन साचा तेऊ सच शाह हर हर पूंजी नाम विसाह। धीरज जस सो बात बनिया हर हर नाम श्रवण जिह सुनिया। गुरमुख जय कट रहे समाई नानक तेह जन मिली वडाई। गुरमुख जह घट रहे समाई नानक तेह जन मिली वडाई। वाहिगुरु जी का खालसा वाहिगुरु जी की फतेह। धन श्री गुरु अर्जन पातशाह जी अगला अखर जिहड़ा है 52 अखरी दा तद्दा। कल दद्दा सी ते अज तद्दा है। श्लोक विच साहिब महाराज कहंदे धर जियरे एक टेक तू लाह बिडानी आस नानक नाम ध्याई है कारज आवै रास। जिहड़ा जीअरा है शब्द जीअड़ा साडा मन जीअड़ा गुरबाणी का उपदेश हर एंगल तो गुरु पातशाह इस जी नूं समझाउंदे ने और साडा मनोरथ भी इस मन की उज्जवलता है, इस मन की ब्राइटनेस है, इस मन की निर्मलता है। मन निर्मल हो जाए, जब मन तन निर्मल हो जाता है तो गुरु बाबा जी कहते ये उस निराकार वाहिगुरु का ही स्वरूप बन जाता है। यही साडा एम ऑफ जिहड़ा लाइफ है, ये मनुखा जीवन का परपज है कि असी उस परमात्मा दे वर्गे बनना है। इसे वास्ते आए हैं, होर किवें है। जे असीं मिलण की गल करते हैं उन्होंने मिलण वास्ते उहदे वर्गे ही होना पएगा। अगर असीं उहदे तो किसी रूप दे विच वखरे हाँ फिर असीं उहदे च मिल नहीं सकते, अलग दिखाई देवांगे। जिवें पानी है, पानी च पानी मिल जाता, जे पानी वर्गा पानी है एक रूप विच है तो जे असीं उहदे च कोई होर चीज़ मिलावांगे वो अलग दिसेगी। इक्को रूप होना पएगा। एक कणक की मुट्ठी है, एक मक्की दी है, दोनों मिक्स कर दो कदे भी नहीं मिक्स होनी, इक्को जी नहीं होनी, अलग अलग ने। जब मर्जी उन्होंने अलग कर लो। पर जे एक दूर तो कणक लियाई एक आपदे घर दे होवे मिक्स कर दी फिर उस दाणियां नूं अलग अलग नहीं कर सकते भी किहड़े किहड़े नहीं, एक हो गए ना, एक रूप होना पएगा। वाहिगुरू दे नाल भेदता बंदा कहंदा मैनूं रब मिल जाए, मिलने का मतलब मिक्स होना, उहदे वर्गा बनना।
जे ਉਹਦੇ ਵਰਗਾ ਹੋਣਾ ਤੇ ਉਹਦੇ ਵਰਗਾ ਹੀ ਬਣਨਾ ਪਏਗਾ, ਉਹਦੇ ਵਰਗਾ ਸੁਭਾਅ ਹੋਣਾ ਚਾਹੀਦਾ, ਉਹਦੇ ਵਰਗੀ ਦਿੱਖ ਹੋਣੀ ਚਾਹੀਦੀ ਹੈ, ਉਹਦੇ ਵਰਗੀ ਬੰਦੇ ਦੀ ਸੋਚ ਹੋਣੀ ਚਾਹੀਦੀ ਹੈ। ਉਹਦੇ ਨਾਲ ਨਿਰੰਕਾਰ ਬਣਦਾ, ਰੱਬ ਦਾ ਰੂਪ ਹੈ। ਨਹੀਂ ਤਾਂ ਬੰਦਾ ਸ਼ੈਤਾਨ ਹੈ, ਮਾਫੀ ਚਾਹਾਂਗਾ, ਬੰਦਾ ਸ਼ੈਤਾਨ ਹੈ। ਜੇ ਇਹ ਰੱਬੀ ਗੁਣ ਨੇ ਫਿਰ ਭਗਵਾਨ ਹੈ। ਤਾਂ ਹੀ ਅਸੀਂ ਉਹਨੂੰ ਕਹਿੰਦੇ ਵੀ ਮਨ ਤੋਂ ਜੋਤ ਸਰੂਪ ਹੈ, ਉਹਦਾ ਸਰੂਪ ਹੀ ਹੈ। ਫਿਰ ਜੇ ਸਰੂਪ ਹੈ, ਇੰਨੀ ਕਰੂਰਤਾ ਕਿਉਂ, ਇੰਨੀ ਨਫ਼ਰਤ ਕਿਉਂ, ਇੰਨੀ ਅਗਿਆਨਤਾ ਕਿਉਂ, ਇੰਨਾ ਵਿਤਕਰਾ ਕਿਉਂ? ਇਹ ਜਿਹੜਾ ਹੈ, ਇਹਦਾ ਮਤਲਬ ਕਿ ਇਹ ਜਿਹੜੇ ਗੁਣ ਨੇ ਰੱਬ ਦੇ ਗੁਣ ਨਹੀਂ ਹੈਗੇ, ਨਿਰੰਕਾਰ ਦੇ ਗੁਣ ਨਹੀਂ ਹੈ। ਜਿੰਨੀ ਬੈਡਨੈਸ ਹੈ, ਬੁਰਾਈ ਹੈ ਜਿਹੜੀ ਬੰਦੇ ਦੇ ਅੰਦਰ ਨਾ, ਸਾਰੀ ਦੀ ਸਾਰੀ ਇਹ ਕਿਤੋਂ ਜਿਹੜੀ ਹੈ ਨਾ, ਇਹ ਉਹ ਰੱਬ ਦੇ ਗੁਣਾਂ ਦੀ ਨਹੀਂ ਹੈਗੀ। ਰੱਬ ਦੇ ਜਿਹੜੇ ਗੁਣ ਨੇ ਉਹ ਨਿਰੰਕਾਰ ਦੇ ਨੇ, ਉਹ ਵੀ ਮਨੁੱਖ ਦੇ ਅੰਦਰ ਹੀ ਨੇ। ਗੁਰੂ ਪਾਤਸ਼ਾਹ ਜੀ ਇਸ ਜੀਅਰੇ ਨੂੰ ਸਮਝਾਉਂਦੇ ਨੇ, ਜੀਅਰਾ ਕਿਵੇਂ ਬਣੇ। ਇਹ ਜੀਅਰਾ ਨਾ ਰੱਬ ਜੀ ਨੂੰ ਛੱਡ ਕੇ ਹੋਰ ਦੀ ਆਸ ਰੱਖਦਾ ਪਿਆ ਹੈ, ਵੱਖਰੀ ਆਸ ਰੱਖਦਾ, ਵੱਡੀਆਂ ਵੱਡੀਆਂ ਆਸਾਂ ਲਾ ਲੈਂਦਾ। ਸਾਹਿਬ ਕਹਿੰਦੇ ਧਰ ਜੀਅਰੇ ਇੱਕ ਟੇਕ ਤੂੰ, ਜੀਅਰਿਆ ਤੂੰ ਇੱਕ ਦੀ ਟੇਕ ਰੱਖ, ਇੱਕ ਦੀ, ਇੱਕ ਪਰਮਾਤਮਾ ਦੀ, ਵਾਹਿਗੁਰੂ ਦੀ ਇੱਕ ਦੀ ਟੇਕ ਰੱਖ। ਤੇ ਜੇ ਹੋਰ ਤੇਰੇ ਕੋਲ ਵੱਡੀਆਂ ਵੱਡੀਆਂ ਆਸਾਂ ਹੈ ਵੀ ਨੇ, ਲਾਹੇ ਲਾਹਾ ਲਾ ਦੇ, ਛੱਡ ਦੇ, ਲਾਹਾ ਵਡਾਨੀ ਆਸ। ਤੇ ਜੇ ਹੋਰ ਆਸਾਂ ਹੈ ਵੀ ਨੇ ਨਾ, ਉਹ ਲਾ ਦੇ, ਛੱਡ ਦੇ ਉਹਨਾਂ ਨੂੰ, ਉਹ ਨਾ ਰੱਖੀ। ਕਿੱਥੋਂ ਲਾਉਣੀਆਂ ਸੀ? ਮਨ ਦੇ ਉੱਤੇ ਹੀ ਹੁੰਦੀਆਂ ਨੇ ਬੰਦੇ ਦੇ, ਬੜੀਆਂ ਬੜੀਆਂ ਆਸਾਂ ਨੇ। ਲਾਹਾ ਵਡਾਨੀ ਆਸ, ਜੇ ਕਿਤੇ ਤੂੰ ਇਵੇਂ ਕਰਦਾ ਹੈ, ਨਾਨਕ ਨਾਮ ਧਿਆਈਏ ਕਾਰਜ ਆਵੇ ਰਾਸ। ਇਹ ਕੋਈ ਕਾਰਜ ਹੋਰ ਨਹੀਂ, ਬੰਦਾ ਨਾਮ ਨੂੰ ਧਿਆਉਣਾ ਜਿਹੜਾ ਹੈ ਨਾ, ਨਾਮ ਧਿਆਉਣਾ ਕਹਿ ਲਓ ਜਾਂ ਰੱਬੀ ਉਪਦੇਸ਼ ਕਹਿ ਲਓ, ਇੱਕੋ ਗੱਲ ਹੁੰਦੀ ਹੈ, ਇਹ 'ਚ ਕੋਈ ਦੋ ਰਾਵਾਂ ਨਹੀਂ ਹੈਗੀਆਂ। ਅਸੀਂ ਕਹਿੰਦੇ ਜੀ ਵਾਹਿਗੁਰੂ ਵਾਹਿਗੁਰੂ ਕਰ ਲਿਆ, ਨਾਮ ਧਿਆ ਲਿਆ, ਤੇ ਉਹ ਕਹਿੰਦੇ ਗੁਰਬਾਣੀ ਦੇ ਵਿੱਚ ਨਾ, ਮੈਂ ਰਾਤ ਵੀ ਜ਼ਿਕਰ ਕਰ ਵੀ ਕੋਈ ਰਾਮ ਰਾਮ ਕਹਿ ਲੇ, ਕੋਈ ਅੱਲਾ ਕਹਿ ਲੇ, ਕੋਈ ਰਹੀਮ ਕਹਿ ਲੇ, ਕੋਈ ਫਰਕ ਨਹੀਂ ਪੈਂਦਾ ਉਹਨੂੰ, ਨਹੀਂ ਕਹਿੰਦੇ ਨੇ। ਹੁਣ ਇੱਕ ਪਾਸੇ ਤਾਂ ਗੁਰਬਾਣੀ ਸਾਨੂੰ ਇਹ ਕਹਿੰਦੀ ਹੈ ਵੀ ਰਾਮ ਜਪੋ ਜੀ, ਰਾਮ ਜਪਣ ਨੂੰ ਕਹਿੰਦੇ, ਰਾਮ ਜਪੋ ਬੜ ਭਾਗੀ ਹੋ, ਜਿਹੜੇ ਬੜ ਭਾਗੇ ਨੇ ਉਹ ਰਾਮ ਜਪਦੇ ਨੇ, ਬਿਲਕੁਲ ਸਹੀ ਗੱਲ ਆ। ਹੁਣ ਇੱਕ ਪਾਸੇ ਹੀ ਇਹ ਗੱਲ ਕਹਿ ਰਹੀ ਵੀ ਰਾਮ ਨੂੰ ਜਪੋ, ਤੇ ਬਾਣੀ ਦੇ ਵਿੱਚ ਹੀ ਇੱਕ ਗੱਲ ਇਹ ਕਹੀ ਹੋਈ ਹੈ, ਮਹਾਰਾਜ ਕਹਿੰਦੇ ਰਾਮ ਰਾਮ ਕਰਤਾ ਸਭ ਜਗ ਫਿਰੇ, ਰਾਮ ਨਾ ਪਾਇਆ। ਤੇ ਇੱਕ ਪਾਸੇ ਕਹਿੰਦੇ ਰਾਮ ਰਾਮ ਕਰਿਆ ਕਰ, ਦੂਜਾ ਪੱਖ ਇਹ ਕਹਿੰਦੇ ਨੇ ਰਾਮ ਰਾਮ ਕਰਦੇ ਨੇ, ਰੱਬ ਮਿਲਦਾ ਹੀ ਨਹੀਂ ਪਿਆ, ਰਾਮ ਮਿਲਦਾ ਹੀ ਨਹੀਂ ਪਿਆ। ਇਹਦਾ ਮਤਲਬ ਕਿ ਰਾਮ ਕਹਿਣ ਮੇਂ ਭੇਦ ਹੈ, ਕਹਿਣ ਦੇ ਵਿੱਚ ਭੇਦ ਹੁੰਦਾ ਹੈ। ਰਾਮ ਤਾਂ ਕਹਿ ਰਹੇ ਨੇ, ਇਹੀ ਹੈ ਰਾਮ ਕਹਿਣਾ ਹੀ ਰਾਮ ਦਾ ਮੈਸੇਜ ਹੈ, ਰਾਮ ਦੀ ਸਿੱਖਿਆ ਹੈ। ਜੇ ਕ੍ਰਿਸ਼ਨ ਵਰਗੇ ਬਣਨਾ ਨਾ, ਤਾਂ ਕ੍ਰਿਸ਼ਨ ਦੀ ਸਿੱਖਿਆ 'ਤੇ ਚੱਲਣਾ ਪਏਗਾ। ਰਾਮ ਵਰਗੇ ਬਣਨਾ, ਰਾਮ ਦੀ ਆਈਡੀਓਲੋਜੀ ਨੂੰ ਅਪਣਾਉਣਾ ਪਏਗਾ, ਜੋ ਉਹਨਾਂ ਨੇ ਉਪਦੇਸ਼ ਕੀਤਾ ਹੈ। ਨਾਨਕ ਵਰਗੇ ਬਣਨਾ, ਨਾਨਕ ਦਾ ਸੁਨੇਹਾ ਲੈਣਾ ਪਏਗਾ ਨਾ। ਜੇ ਅਸੀਂ ਕੋਈ ਬੰਦਾ ਦੇਖਦੇ ਹਾਂ ਕਿਰਤ ਕਰ ਰਿਹਾ ਹੈ, ਮਿਹਨਤ ਕਰਕੇ ਫਿਰ ਨਾਮ ਜਪਦਾ ਹੈ, ਰੱਬ ਦਾ ਨਾਂ ਲੈਂਦਾ, ਫਿਰ ਉਹ ਵੰਡ ਕੇ ਛਕਣ ਦੀ ਗੱਲ ਕਰਦਾ, ਇਹ ਗੁਰੂ ਨਾਨਕ ਦੀ ਥਿਊਰੀ ਸੀ ਤੇ ਉਹ ਅਪਣਾਉਂਦਾ ਹੈ। ਭਾਵ ਇਹ ਵੀ ਜੇ ਇਹ ਇਸ ਤਰ੍ਹਾਂ ਕਰਦਾ, ਉਹ ਕੀ, ਉਹਦਾ ਨਾਮ ਹੀ ਹੈ, ਨਾਮ ਹੀ ਚੱਲਦਾ, ਹੋਰ ਕੋਈ ਨਹੀਂ। ਅਸੀਂ ਕਹਿੰਦੇ ਕਈ ਵਾਰੀ ਨਾ ਵੀ ਨਾਮ ਨਹੀਂ ਜੀ ਫਲਾਣੇ ਦਾ ਤਾਂ ਬੜਾ ਨਾਮ ਚੱਲਦਾ ਹੈ। ਨਾਮ ਚੱਲਣ ਦਾ ਮਤਲਬ ਤੁਸੀਂ ਨਾਂ ਹੀ ਲੈ ਲਿਆ, ਉਹਦੇ ਨਾਂ ਦੇ ਨਾਲ ਤਾਂ 20 ਬੰਦੇ ਹੋਰ ਵੀ ਹੋਣਗੇ, ਪਰ ਨਹੀਂ। ਉਹ ਨਾਮ ਚੱਲਣ ਦਾ ਮਤਲਬ ਕੀ ਹੁੰਦਾ ਵੀ ਖਾਸ ਜਿਹਦਾ ਅਸੀਂ ਮੈਸੇਜ ਦਿੰਦੇ ਵੀ ਉਹਦੀ ਗੱਲ ਹੈ। ਤਾਂ ਇਹਦਾ ਮਤਲਬ ਹੈ ਗੁਰੂ ਦਾ ਉਪਦੇਸ਼ ਜਿਹੜਾ ਹੈ, ਸੰਦੇਸ਼ ਜਿਹੜਾ ਹੈ, ਵੇ ਜਿਹੜਾ ਹੈ, ਰਸਤਾ ਜਿਹੜਾ ਹੈ, ਇਹਨੂੰ ਅਸੀਂ ਹੋਰ ਰੂਪ ਵਿੱਚ ਵੀ ਕਈ ਵਾਰੀ ਬਿਆਨ ਕਰਦੇ ਹਾਂ ਨਾ, ਜਦੋਂ ਪੜ੍ਹਦੇ ਹਾਂ ਵੀ ਕਿ ਮਹਾਰਾਜ ਕਹਿੰਦੇ ਮਨ ਰਾਮ ਸਿਮਰ ਪਛਤਾਏਗਾ, ਉੱਥੇ ਵੀ ਅਗਰ ਤੂੰ ਰੱਬ ਵਾਲਾ ਵੇ, ਰੱਬ ਵਾਲਾ ਰਸਤਾ ਨਹੀਂ ਛੱਡ ਰਿਹਾ ਤੇ ਪਛਤਾਣਾ ਹੀ ਹੈ ਤੇਰੇ ਕੋਲ। ਰੱਬ ਵਾਲਾ ਰਾਮ, ਰਾਮ ਦਾ ਰਾਮ ਕੀ ਹੈ? ਸਿਮਰਨੀ ਉਹਨੂੰ ਯਾਦ ਹੀ ਨਹੀਂ ਹੈਗੀ, ਇਹਨੂੰ ਤਾਂ ਰੱਬ ਭੁੱਲਿਆ ਹੋਇਆ। ਮਹਾਰਾਜ ਕਹਿੰਦੇ ਕਿਤੇ ਤੈਨੂੰ ਸਮਝ ਪੈ ਦੇ,
ये की है, ये राम का संदेश है। जो पढ़ते हैं ना भी भूले मार्ग जिन्हें बताया ऐसा गुरबड़ भाग, ये भुलिया मार्ग की है, किहड़ा मार्ग है? रस्ता भुल गया। किहड़ा रस्ता भुल गया? जिहड़ा रब वाला सी, जिस ते परमात्मा सानू चलाना चाहता है ना, गुरु सानू चलाना चाहिए, राम जी चलाना चाहते ने, कृष्ण जी चलाना चाहते, वो रस्ते ही छड्डता। होर राम का नाम किवें लवांगे? राम तो कहता है पर राम वाले रस्ते ते नहीं तुरदा। कोई उन्होंने वास्ते है जिहड़े कहते ने राम राम करता सब जग फिरदे ने, फिर सारे कही जाएंगे, फिर कहण नूं की है? फिर उन्होंने माफ़ी चाहांगा, उन्होंने फिर उदाहरण नहीं बनी बई वो कहते होंगे ना भी मुँह में राम राम बगल में छुरी। इसका मतलब की है? मूँह तो राम राम कह रहा, राम राम कहना मतलब वो तो कहती है बाणी भी राम राम कर, पर मुँह तो कह रहा है, पर जो जिसने कहना है ना वो वे ते नहीं कह रहा, वो रस्ते ते नहीं चल रहा। अंदर की अंदर छुरी है, अंदर की अंदर कपट है, अंदर की अंदर फरेब है। फिर वो वे ते किवें तुरेगा, रस्ते ते किवें तुरेगा? माफ़ी चाहांगा, सिक्खी शब्द जिहड़ा है ये की है? एक वे है, रस्ता है, मार्ग है, ये तुर। एक होर सौखा जिहा करा, कई बार तुसीं इस शब्द विच ही आउंदा है कि भूले मार्ग जिन्हें बताया ऐसा गुरबड़ भागी पाया, सिमर मना राम नाम चितार। उन्होंने अपने अंदर चितार, चित्त दे विच धारण कर। ते धारण किवें करिए? ये धारण किवें करिए जी? किवें धारण करिए जी? यही धारण है जिहड़ी गुरु गल कहंदा है, उन्होंने अपने अंदर धार लिया। मैं सिर्फ वो कहंदा नहीं भी मैं तो जी सिख हाँ। मैं सिख का मतलब की है? गुरु दी उपदेश ते मैं तुर रहा, तो वाहिगुरू वाहिगुरू हो रहा। मैं राम दे वैसे ते तुर रहा, वाहिगुरू वाहिगुरू हो रहा। हाँ, असलीयत गल यह है। अज जिहड़ी साडे समाज दे विच असीं देखदे आ ना, इस गल समाज विच नहीं, तुसीं वर्ल्ड लेवल ते देखो अज दी तुसीं जिहड़े हालात वेख रहे हो, ये कित्थे कड़ गल अज दा इस मनुख जिहड़ा ना उन्हें वे ही छड्ड दिता, राह ही छड्ड दिता। वो कहंदा जिहड़ा मैं वे बनाया, मैं रात कह रहा सी ना भी माई वे हाई वे, जिहड़ा मेरा राह बनाया दैट इज़ गुड, बस आ सही है। मनुख वाला तो है ही नहीं, मनुख की तो मनुख के प्यार की, मनुख के किरदार की गल तो कोई है ही नहीं हैगी। जिवें ना मित्र ने वो कहते खास एक मीटिंग दे विच किते कोई स्पैशल सैमीनार सी इनटॉलरेंस के उत्ते भी अज समाज में ना इनटॉलरेंस जी असहनशीलता फैल रही है ज़्यादा, रीजन की है? तो वो कहते भी बखरे बखरे जड़े है विद्वान से वो तो बोलना सी भी असहनशीलता। तो वो कहते जो मैंने पूछा उन्होंने भी तुसी दसो भी ये बारे की कहोगे, मैं कहा भी नो मैं कुछ नहीं कह सकता। कहते वाए भी तुसी क्यों नहीं कुछ कह रहे? वो कहते असलीयत विच गल की है, ये नाल वड्डी गल मैं ये गल कहांगा भी ये मनुख नूं पता नहीं भी हक है मैं किसी नूं प्यार किवें करना, किसी दे प्यार की रियलाइजेशन की है, प्यार किवें है, किवें कर सकते हैं, दूजे दे प्यार नूं किवें मान सकते हैं, या दूसरे नूं प्यार किवें दे सकते, यही भुल गया ना। टॉलरेंस तां ही होएगी ना। आपदा बच्चा तुसीं सपोज कर लो, तुसीं अपने बच्चे तो ना कोई मतलब कप फुट जाए तो कर देगा चल कोई गल नहीं, की हो गया फिर क्या होता, बच्चा ही सी ना, फुट गया फिर क्या हो रहा, कोई महंगी भी चीज़ फुट जाए ना कोई गल नहीं। तो जे कोई मतलब गड़बड़ हो, जे किते कोई दूजा बंदा कर दे ओ हो इन्होंने पता ही नहीं, इन्होंने जवाकों को अकल ही कोई नहीं। ਉਹਦੇ ਲਈ जद कि जी बच्चे की बेनती मैं फिर बेनती कर इंटॉलरेंस की है, प्यार कितने? अगर साढ़े बच्चे नाल प्यार है तो तोड़ तो फिर की गल है, कोई गल ही नहीं। दूजे के बच्चे ने साड़ा प्यार कोई नहीं, वो लै इन्होंने तो पता ही नहीं ना, बच्चे को समझ ही कोई नहीं है। इसका मतलब की है अगर सानू प्यार करना आ जाए सानू टॉलरेंस भी आ जाएगी। साडा स्नेह नहीं हैगा, साडा प्यार नहीं हैगा, इस करके सहनशीलता नहीं। मैं जिथे प्यार होंदा बंदा किन्ने किन्ने घाटे हाजमे कर लेंदा, नहीं नहीं चल कोई नहीं यार तेरे ना होगी तो होगी, पर जिथे प्यार नहीं ना हैगा तो उत्थे तो थोड़ा जिहा नुकसान भी बंदा करन तैयार है। इसदा मतलब की है प्यार की कमी हो गई है साडे विच, इस करके बाकी अवगुणां दी भी। हुण जिथे अज दी घड़ी जिहड़ी तुसीं देख रहे जो असीं गल करदे अगे एक बड़ा लेवल ते जिहड़ी आ साडे हुण वर्ल्ड दे विच डर बन गया है कि यूक्रेन के उत्ते जो हमला किया है
ਹੁਣ ਕੀ ਹੋ ਰਿਹਾ ਹੈਗਾ, ਇੱਕ ਸਾਈਡ ਨੂੰ ਕੁਝ ਲੋਕ ਇੱਕ ਸਾਈਡ ਦੇ ਵਿੱਚ ਹਾਮੀ ਭਰ ਰਹੇ, ਇੱਕ ਸਾਈਡ 'ਚ ਭਰ ਰਹੇ ਨੇ। ਨਹੀਂ ਉਹਨਾਂ ਦੀ ਨਜ਼ਰ 'ਚ ਇਹੀ ਸਹੀ ਆ, ਉਹ ਦੂਜੇ ਕਹਿੰਦੇ ਨਹੀਂ ਇਹ ਸਹੀ ਆ। ਹੁਣ ਇਹਦੀ ਬੈਕਗਰਾਊਂਡ ਤਾਂ ਕਿਤੇ ਨਾ ਕਿਤੇ ਰਲ ਰਹੀ ਹੈ ਨਾ। ਰੀਜ਼ਨ ਕੀ ਆ? ਇਹ ਸਮਝਣ ਦੀ ਲੋੜ ਸੀਗੀ। ਕਿਆ ਐਡਾ ਵੱਡਾ ਰਹੱਸਿਆ ਪਿਆ ਰੂਸ ਦੀ ਕੋਈ ਕਿਤੇ ਜ਼ਮੀਨ ਥੋੜ੍ਹੀ ਹੈ, ਐਵੇਂ ਬਸ ਕਿਸ ਚੀਜ਼ ਦਾ, ਬਸ ਵੀ ਆਹ ਜਿਹੜਾ ਪਿਛਲੇਰੇ ਸਮੇਂ ਤੋਂ USA ਦੀ ਆਪਣੀ ਇੱਕ ਸੰਥਨ ਦੀ ਤੋੜਨ ਨਾਲ ਸਭ ਕੁਝ, ਉਹ ਕਹਿੰਦਾ ਨਹੀਂ ਮੇਰੀ ਤਾਂ ਹੀਣ ਭਾਵਨਾ ਹੋ ਗਈ, ਬਸ ਉਹੀ ਲਈ ਬੈਠਾ ਹੈ ਅੱਜ ਤੱਕ, ਉਹ ਜਿਹੜੀ ਚੱਲਦੀ ਆ ਰਹੀ ਹੈ, ਹੋਰ ਕੋਈ ਨਹੀਂ ਹੈਗੀ। ਅਸਲੀਅਤ ਇਹ ਸੀ, ਮਨੁੱਖੀ ਪਿਆਰ ਜਿਹੜਾ ਹੈ ਪਿਆਰ ਹੀ ਨਹੀਂ ਹੈਗਾ ਨਾ। ਜਦ ਕਿ ਉਹਦੇ ਵਿੱਚ ਉਹ ਵੀ ਲੋਕ ਨੇ ਜਿਹੜੇ ਕਹਿੰਦੇ ਨੋ ਈਵਨ ਹੁਣ ਤੁਸੀਂ ਦੇਖ ਰਹੇ ਹੋ ਰੂਸ ਦੇ ਅੰਦਰ ਜਿਹੜੇ ਨੇ ਉਹ ਲੋਕ ਉਹਦੇ ਵਿਰੋਧ ਵਿੱਚ ਗੱਲ ਕਰ ਰਹੇ ਨੇ ਵੀ ਨਹੀਂ ਇਹ ਹੋਣਾ ਨਹੀਂ ਚਾਹੀਦਾ, ਜੰਗ ਹੋਣੀ ਨਹੀਂ ਚਾਹੀਦੀ। ਮੁਲਕਾਂ ਦੇ ਮੁਲਕ ਕਹਿ ਰਹੇ ਨੇ, ਪਰ ਹੁਣ ਹੋ ਕੀ ਰਿਹਾ? ਪਿਆਰ ਕੋਈ ਨਹੀਂ ਹੈਗਾ, ਮਨੁੱਖਤਾ ਨਾਲ ਪਿਆਰ ਨਹੀਂ ਹੈਗਾ। ਇਹ ਸੁਨੇਹਾ ਜਿਹੜਾ ਦੇਣਾ ਸੀ ਨਾ, ਇਹ ਜੀਰੇ ਨੇ ਦੇਣਾ ਸੀ। ਮੈਂ ਫਿਰ ਬੇਨਤੀ ਕਰ ਰਿਹਾ ਸੀਗਾ ਕਿ ਇਹ ਤੋਂ ਅਸੀਂ ਛੱਡ ਦਿੱਤਾ, ਇਹ ਰੱਬੀ ਵੇ ਸੀ। ਬੰਦਾ ਕਹਿੰਦਾ ਨਹੀਂ ਸਾਡਾ ਵੇ ਵਧੀਆ ਹੈ, ਸਾਡਾ ਹਰ ਇੱਕ ਚੀਜ਼ ਨੂੰ ਕਹਿੰਦਾ ਨਹੀਂ ਜੀ ਜੋ ਮੇਡ ਇਨ ਚਾਈਨਾ, ਉਹ ਕਹਿੰਦੇ ਨਹੀਂ ਦੂਜਾ ਭਾਵੇਂ ਵਧੀਆ ਹੋਵੇ ਨਾ, ਮੇਡ ਇਨ ਜੈਪਨ, ਮੇਡ ਇਨ ਉੱਥੇ ਨੋ ਚਾਈਨੀਜ਼ ਵਧੀਆ ਹੈ। ਮੇਡ ਸਾਡਾ ਰਾਹ ਬਣਾਇਆ, ਸਾਡਾ ਵੇ ਆ, ਸਾਡੀ ਗੱਲ ਕਰੋ, ਸਾਡਾ ਸਾਰਾ ਕੁਝ ਹੋਣਾ ਚਾਹੀਦਾ, ਦੂਜਾ ਕਿਵੇਂ ਕਰੇ? ਬਸ ਆਹੀ ਹੈ ਨਾ, ਜਿਹੜਾ ਮੇਰਾ ਵੇ ਆ ਮੇਰੇ ਤੋਂ ਹੀ ਮੇਰਾ ਸਟਾਰਟ ਹੁੰਦਾ ਹੈ, ਜਿਹੜਾ ਤੇਰਾ ਵੇ ਹੈ ਇਹ ਬਾਬਾ ਨਾਨਕ ਕਹਿੰਦਾ ਹੈ ਭਾਈ ਨਹੀਂ ਅਬ ਦੀ ਗੱਲ ਨਹੀਂ, ਦੂਜੇ ਦੀ। ਹਮ ਨਹੀਂ ਚੰਗੇ ਬੁਰਾ ਨਹੀਂ ਕੋਈ, ਆਹ ਸੁਨੇਹਾ ਸੀ। ਉਹ ਤੈਨੂੰ ਰਾਮ ਕਹਿੰਦਾ ਫਿਰ ਕੀ ਆ? ਜੇ ਤੂੰ ਰਾਮ ਕਹਿ ਰਹਿ ਕਹਿ ਭਾਈ, ਕੋਈ ਬੋਲੇ ਰਾਮ ਕੋਈ ਖੁਦਾਏ ਕੁਛ ਕਹਿ, ਇਹ ਕੀ ਹੈ? ਇਹ ਸਾਰੇ ਮਫਾਦ ਨੇ। ਮੈਂ ਮਾਫੀ ਚਾਹਾਂਗਾ, ਮੇਰਾ ਸਿਰਫ ਗੱਲ ਚੱਲੀ ਹੈ, ਇਹ ਮਫਾਦ ਨੇ। ਹੁਣ ਅਸੀਂ ਕਈ ਵਾਰੀ ਤੁਸੀਂ ਦੇਖਦੇ ਹੋ ਮਲਟੀਮੀਡੀਆ ਦੇ ਉੱਤੇ ਕਿ ਇਹ ਕਿਤੇ ਪਹਿਰਾਵੇ 'ਤੇ ਕਮੈਂਟ ਹੋ ਰਿਹਾ ਗਾ, ਪਹਿਰਾਵਾ ਇਹ ਨਹੀਂ ਪਾ, ਤੂੰ ਇੱਥੇ ਪਾ ਨਹੀਂ ਸਕਦਾ, ਤੂੰ ਆ ਨਹੀਂ ਪਾ ਰਿਹਾ। ਮਤਲਬ ਕਿਆ ਹੈ? ਬਾਬਾ ਕਹਿੰਦਾ ਕੋਈ ਓਡੇ ਨੀਲ, ਕੋਈ ਸਫੇਦ, ਕੋਈ ਨੀਲੇ ਪਾਓ, ਕੋਈ ਚਿੱਟੇ ਪਾਓ, ਕੋਈ ਆਹ ਖਾਓ, ਕੋਈ ਉਹ ਖਾਓ, ਕੋਈ ਫਰਕ ਨਹੀਂ ਹੈਗਾ, ਸਾਰਿਆਂ ਨੂੰ ਜੀਣ ਦਿਓ, ਕਿਉਂਕਿ ਮਾਨਸ ਕੀ ਜਾਤ ਸਭ ਹੈ ਇੱਕ ਹੈ ਪਹਿਚਾਨ ਬੋ। ਇਹ ਸਾਰੇ ਉਸ ਦਾ ਨੂਰ ਹੈ। ਮਨੁੱਖੀ ਜਿਹੜਾ ਮਨੁੱਖੀ ਰੱਬ ਦਾ ਹੀ, ਰੱਬ ਕੀ ਕਹਿੰਦਾ? ਦੱਸੋ ਮੈਨੂੰ ਫਿਰ ਕਿਹੜਾ ਭਗਵਾਨ ਕਹਿੰਦਾ ਹੈ, ਜਿਹੜਾ ਕਿਹੜਾ ਰੱਬ ਕਹਿੰਦਾ ਹੈ, ਕਿਹੜਾ ਅੱਲਾ ਕਹਿੰਦਾ? ਵੀ ਨੋ, ਰੌਂਗ ਹੈ। ਗੁਰੂ ਪਾਤਸ਼ਾਹ ਜੀ ਇਸ ਸਾਨੂੰ ਇਸ ਵੇਦ ਮਾਰਗ, ਅਸੀਂ ਕੀ ਕੀਤਾ ਨਾ, ਅਸੀਂ ਭੁੱਲ ਗਏ, ਮਨੁੱਖ ਭੁੱਲ ਗਿਆ, ਮਨੁੱਖ ਹੋਣਾ ਹੀ ਭੁੱਲ ਗਿਆ। ਇਹਨੂੰ ਕਿਹਾ ਸੀ ਭੂਲੇ ਮਾਰਗ ਜਿਨਹਿ ਬਤਾਇਆ, ਭੂਲੇ ਮਾਰਗ ਜਿਨਹਿ ਬਤਾਇਆ, ਇਹ ਮਾਰਗ ਭੁੱਲ ਗਏ ਨੇ, ਰਸਤਾ ਹੀ ਭੁੱਲ ਗਏ। ਮਨੁੱਖਤਾ ਦਾ ਰਸਤਾ ਨਹੀਂ, ਹਿਊਮੈਨਿਟੀ ਖਤਮ ਹੋ ਗਈ ਹੈ। ਇਹ ਰਸਤਾ ਮਨੁੱਖਤਾ ਵਾਲਾ ਏ, ਉਹ ਭੁੱਲ ਗਏ। ਬਸ ਬੰਦਾ ਕਿਸ ਚੀਜ਼ ਦਾ ਮਾਣ ਚੱਕੀ ਬੈਠਾ। ਤੁਸੀਂ ਸਪੋਜ਼ ਕਰੋ ਵੀ ਆ ਦੋ ਅੱਜ ਤੱਕ ਤੁਸੀਂ ਦੇਖਦੇ ਹੋ ਹੀਰੋਸ਼ੀਮਾ ਤੇ ਜਿਹੜੇ ਬੰਬ ਸੁੱਟੇ ਗਏ ਸੀ, ਅੱਜ ਤੱਕ ਉੱਥੇ ਕੁਝ ਪੈਦਾ ਨਹੀਂ ਹੋ ਰਿਹਾ। ਤੇ ਇਹੋ ਜਿਹੀ ਕ੍ਰੋਧ ਦੀ ਅੱਗ ਦੇ ਵਿੱਚ ਬਲਦੇ ਨੇ। ਅਗਰ 2-4 ਇੱਧਰੋਂ ਛੱਡ ਦਿੱਤੇ, 2-4 ਉੱਧਰੋਂ ਛੱਡ ਦਿੱਤੇ, ਫਨਾ ਐਵਰੀਥਿੰਗ, ਸਭ ਕੁਝ। ਕਿਆ ਕਾਰਨ ਹੈ? ਤਰਸ ਨਹੀਂ ਆ ਰਿਹਾ। ਜਿਹੜੇ ਬੱਚੇ ਘਰਾਂ ਦੇ ਵਿੱਚ ਤੜਫ ਰਹੇ ਨੇ, ਰੋ ਰਹੇ ਨੇ, ਜਿੱਥੇ ਬੰਬਾਂ ਦੇ ਵਿੱਚ ਜੀਵਨ ਜੀਣ ਦੀ ਇੱਛਾ ਹੀ ਖਤਮ, ਪਤਾ ਨਹੀਂ ਕਦੋਂ ਕੀ ਹੋ ਜਾਣਾ। ਇਹਦਾ ਮਤਲਬ ਉਹਨਾਂ ਦੇ ਭੈ, ਉਹਨਾਂ ਦੇ ਡਰ ਦਾ ਕੋਈ ਮਤਲਬ ਵੀ ਕੋਈ ਨਹੀਂ। ਮਨੁੱਖਾਂ ਦੀ ਜੀਵਨ ਜਿਹੜੀ ਇਹ ਹੈ, ਮਨੁੱਖਤਾ ਲਈ ਥੋੜ੍ਹੀ ਜੀਵਨ। ਕਾਹਦੇ ਲਈ ਜੀ ਰਹੇ ਨੇ? ਹਉਮੈ ਦੇ ਲਈ, ਈਗੋ ਦੇ ਲਈ। ਗੁਰੂ ਪਾਤਸ਼ਾਹ ਕਹਿੰਦੇ ਮਾਰਗ ਹੀ ਭੁੱਲ ਗਏ, ਭੁੱਲ ਗਿਆ ਉਹ ਰਸਤਾ। ਇਹ ਰਸਤਾ ਹੈ ਭਾਈ, ਗੁਰੂ ਵਾਲਾ ਰਸਤਾ ਦਾ ਮਤਲਬ ਕਿ ਮਾਰਗ, ਇਹ ਮਾਰਗ ਹੈ। ਕਿਤੇ ਸਾਨੂੰ ਇਹ ਮਾਰਗ ਯਾਦ ਆ ਜਾਏ। ਬਾਬੇ ਨੇ ਇਹ ਸਿਖਾਇਆ ਸੀ। ਮੈਂ ਇੱਕ ਛੋਟੀ ਜਿਹੀ ਐਗਜ਼ਾਮਪਲ ਦੇਣਾ, ਫਿਰ ਸ਼ਬਦ ਤੇ ਆਵਾਂਗੇ। ਗੁਰੂ ਨਾਨਕ ਪਾਤਸ਼ਾਹ ਜਦੋਂ ਤੋਂ ਸੈਦਪੁਰ ਦੇ ਵਿੱਚ ਬਾਬਰ ਆਉਂਦਾ ਹੈ, ਬਾਬਰ ਜਦੋਂ ਆਇਆ ਨਾ ਐਮਨਾਬਾਦ ਦੀ ਧਰਤੀ ਸੈਦਪੁਰ ਦੇ ਵਿੱਚ, ਉਹਨੇ ਆਉਂਦੇ ਹੀ ਪਹਿਲਾਂ ਲੁੱਟਿਆ ਸਾਰੇ ਸ਼ਹਿਦ।
सैदपुर ਨੂੰ ਲੁੱਟਿਆ, ਔਰ ਲੁੱਟਿਆ ਵੀ ਇੱਦਾਂ ਤਬਾਹ ਕਰ ਦਿੱਤਾ। ਲੁੱਟਿਆ ਹੀ ਕਿੱਥੇ ਪੱਤ ਵੀ ਲੁੱਟਣੀ, ਕਿੱਥੇ ਧਨ ਦੌਲਤ ਵੀ ਲੁੱਟਿਆ, ਕਿੱਥੇ ਅਨਾਜ ਲੁੱਟਿਆ ਗਿਆ, ਸਭ ਕੁਝ ਲੁੱਟ ਲਿਆ। ਲੁਟੇਰੇ ਬਣ ਕੇ ਆਏ ਸੀ। ਹੁਣ ਜਦੋਂ ਬਾਬੇ ਨੇ ਦੇਖਿਆ ਵੀ ਇਹ ਤਾਂ ਗਲਤ ਹੈ, ਰੋਂਗ ਹੈ, ਇਹ ਮਾਰਗ ਇਹਦਾ ਗਲਤ ਹੈ। ਅਤੇ ਕਈ ਵਾਰ ਦੇਖ, ਧਿਆਨ ਦੇਖੋ, ਹਿਸਟਰੀ ਨੂੰ ਸਮਝੋ। ਸਾਹਿਬ ਗੁਰੂ ਨਾਨਕ ਪਾਤਸ਼ਾਹ ਚਲੇ ਗਏ, ਬਾਬਰ ਜਿੱਥੇ ਤੁਰੇ ਜਾਂਦੇ ਸੀ, ਅੱਗ बढ़ती हुई ਅੱਗ 'ਚ ਕਿਹੜਾ ਹੁਣ ਕੌਣ ਜਾ ਕੇ ਕਹੇ ਵੀ ਰੂਸ ਵਾਲਿਆਂ ਨੂੰ ਰੁਕ ਜਾਓ, ਕਿਹੜਾ ਪਹੁੰਚਦਾ ਵਿਚਾਲੇ, ਕੋਈ ਨਹੀਂ ਜ਼ਿੰਮੇਵਾਰੀ ਲੈ ਰਿਹਾ। ਸਭ ਕਹਿ ਰਹੇ ਨੇ ਵੀ ਨਹੀਂ ਸ਼ਾਂਤੀ ਚਾਹੀਦੀ, ਸ਼ਾਂਤੀ ਚਾਹੀਦੀ, ਜਾਉਣ ਨਹੀਂ ਜਾਂਦਾ ਵਿਚਾਲੇ। ਬਾਬਾ ਨਾਨਕ ਨੇ ਦੇਖਿਆ ਵੀ ਇਹ ਤਾਂ ਲੁੱਟ ਰਿਹਾ ਆ ਕੇ। ਕੌਣ? ਬਾਬਰ। ਚਲੇ ਗਏ ਤੇ ਜਾ ਕੇ ਬਾਬਰ ਦੇ ਮੂਹਰੇ ਖੜ ਗਏ। ਕੌਣ ਹੈ ਤੂੰ? ਕਹਿੰਦਾ ਮੈਂ ਬਾਬਰ। ਬਾਬਰ ਦਾ ਅਰਥ ਕੁਝ ਹੋਰ ਹੈ, ਦਇਆ ਵਾਲਾ। ਬਾਬਾ ਕਹਿੰਦਾ ਤੂੰ ਬਾਬਰ ਥੋੜੀ ਹੈ, ਤੂੰ ਤਾਂ ਰਾਜ ਕਰਨ ਦੀ ਗੱਲ ਕਰਦਾ, ਤੂੰ ਬਾਦਸ਼ਾਹ ਦੀ ਗੱਲ ਕਰਦਾ ਵੀ ਮੈਂ ਬਾਦਸ਼ਾਹ, ਮੈਂ ਬਾਬਰ ਹੈ, ਤੂੰ ਰਾਜਾ ਨਹੀਂ ਹੈਗਾ ਤੂੰ। ਉਹ ਕਹਿੰਦੇ ਰਾਜ ਦਾ ਮਤਲਬ ਹੁੰਦਾ ਕਿਸੇ ਤੇ ਰਾਜ ਕਰਨਾ, ਦਿਲਾਂ ਤੇ ਰਾਜ ਕਰਨਾ। ਉਹ ਕਹਿੰਦੇ ਬਾਬਰ ਤੂੰ ਰਾਜ, ਫਿਰ ਰਾਜ ਕਰਨਾ ਹੈ ਤੇ ਰਾਜ ਕਰ, ਤੂੰ ਬਾਬਰ ਨਹੀਂ। ਕਹਿੰਦਾ ਮੈਂ ਬਾਬਰ। ਕਹਿੰਦਾ ਜੇ ਬਾਬਰ ਵਾਲਾ ਤੇਰੇ ਬਾਬਰ ਆਏ ਤੇ ਬਾਬਰ ਵਾਲਾ ਕੰਮ ਕੋਈ ਨਹੀਂ ਤੇਰਾ, ਤੇ ਤੂਰੇ ਕੰਮ ਕਿਹਦੇ ਨੇ? ਜਾਬਰ ਵਾਲੇ। ਜਾਬਰ ਕਿਹਨੂੰ ਕਹਿੰਦੇ? ਲੁਟੇਰਿਆਂ ਨੂੰ। ਰਾਜਾ ਲੁਟੇਰਾ ਥੋੜੀ ਹੁੰਦਾ, ਰਾਜਾ ਤਾਂ ਹੋਰ ਹੁੰਦਾ ਨਾ। ਰਾਜੇ ਤੇ ਲੁਟੇਰਿਆਂ 'ਚ ਫਰਕ ਹੈ। ਡਾਕੂ ਅੱਡ ਨੇ, ਡਕੈਤ ਅੱਡ ਨੇ, ਲੁਟੇਰੇ ਅੱਡ ਨੇ, ਰਾਜੇ ਅੱਡ ਨੇ, ਰਾਜਾ ਥੋੜੀ ਹੈ। ਤੂੰ ਤਾਂ ਲੁੱਟਣਾ, ਤੂੰ ਤਾਂ ਲੁੱਟਣ ਲੱਗਿਆ ਹੋਇਆ ਇੱਥੇ ਪਬਲਿਕ ਨੂੰ। ਉਹ ਕਹਿੰਦਾ ਨਹੀਂ ਮੈਂ ਰਾਜਾ ਹੈ, ਮੈਂ ਤਾਂ ਰਾਜ ਕਰਨਾ ਹੈ, ਬਾਬਰ ਹੈ ਮੈਂ। ਉਹ ਕਹਿੰਦੇ ਜੇ ਰਾਜ ਕਰਨਾ ਫਿਰ ਜਿਹੜਾ ਰਾਜ ਗੱਦੀ ਤੇ ਬੈਠਾ ਉਹਦੇ ਨਾਲ ਪੰਗਾ ਲੈ ਨਾ। ਲੋਧੀ ਬੈਠਾ, ਲੋਧੀ ਨਾਲ ਜਾ ਕੇ ਮਿਲ ਤੂੰ। ਇਹ ਇਸ ਪਬਲਿਕ ਦੇ ਉੱਤੇ ਕਿਉਂ ਜ਼ੁਲਮ ਕਰ ਰਹੇ ਆ? ਇਹ ਜਿਹੜੀ ਚੀਜ਼ ਹੈ ਵੱਡੀ ਹੈ। ਫਿਰ ਮੈਂ ਬਿਆਨ ਕਰਦਾ, ਇਹ ਉਹ ਬਾਬੇ ਨੇ ਜਦੋਂ ਕਿਹਾ ਨਾ ਵੀ ਜੇ ਤਾਂ ਜਾਂ ਤਾਂ ਤੂੰ ਇਹ ਐਕਸੈਪਟ ਕਰ ਵੀ ਮੈਂ ਭਾਈ ਜਾਬਰ ਹੈ, ਫਿਰ ਜੋ ਮਰਜ਼ੀ ਕਰ ਵੀ ਤੂੰ ਭਾਈ। ਜਰਵਾਣੇ ਆਉਂਦੇ ਨੇ, ਜਾਬਰ ਲੋਕ ਜਰਵਾਣੇ ਆਉਂਦੇ ਨੇ, ਲੁੱਟ ਕੇ ਲੈ ਜਾਂਦੇ ਨੇ। ਜਿਹੜੇ ਰਾਜੇ ਨੇ ਉਹ ਕੀ ਕਰਦੇ ਹੁੰਦੇ? ਰਾਜੇ ਨਾਲ ਲੜਦੇ ਨੇ। ਇਹੀ ਤਾਂ ਉਹਦੇ 'ਚ ਕਿਹਾ ਸੀਗਾ, ਇੱਤੀ ਮਾਰ ਪਈ ਕਰ ਲਾਣੇ ਤੈਂ ਕੀ ਦਰਦ ਨਾ ਆਇਆ। ਕਹਿੰਦੇ ਜੇ ਸਕਤਾ ਸਕਤੇ ਕੋ ਮਾਰੇ ਤਾਂ ਮਨ ਰੋਸ ਨਾ। ਬਾਬਾ ਕਹਿੰਦਾ ਜੇ ਸਾਖਤੇ ਨੂੰ ਸਕਤਾ ਲੜੇ, ਸ਼ੇਰ ਨਾਲ ਸ਼ੇਰ ਲੜੇ ਤਾਂ ਕਾਹਦਾ ਰੋਸ ਆ? ਲੜੇ ਮੈਦਾਨ ਦੇ ਵਿੱਚ। ਪਰ ਜੇ ਕਿ ਬੱਗ ਦੇ ਉੱਪਰ ਸ਼ੇਰ ਟੁੱਟ ਕੇ ਪੈ ਜਾਏ, ਇਹ ਤਾਂ ਗਲਤ ਹੈ ਨਾ। ਸਾਹਿਬ ਬਾਬਾ ਜੀ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਤੂੰ ਜੇ ਬਾਬਰ ਹੈ ਤੇ ਜੇ ਤੂੰ ਬਾਦਸ਼ਾਹ ਕਹਾਉਣਾ ਤੇ ਫਿਰ ਜਾ ਸਿਕੰਦਰ ਨਾਲ ਲੜ। ਇੱਥੇ ਇਹਨਾਂ ਤੇ ਜ਼ੁਲਮ ਨਾ ਕਰ। ਇਹਨਾਂ ਤੇ ਜ਼ੁਲਮ ਕਿਉਂ ਕਰਨ ਲੱਗੇ? ਇਹਨਾਂ ਦੀ ਲੁੱਟ ਪਛੁੱਟ ਕਿਉਂ ਕਰ ਰਹੇ ਹਾਂ? ਜਾਂ ਫਿਰ ਤੂੰ ਮੰਨ ਲਾ ਵੀ ਮੈਂ ਭਾਈ ਕੋਈ ਬਾਦਸ਼ਾਹ ਨਹੀਂ ਹੈਗਾ, ਮੈਂ ਕੋਈ ਬਾਬਰ ਨਹੀਂ, ਮੈਂ ਜਾਬਰ ਹਾਂ, ਮੈਂ ਲੁਟੇਰਾਂਗਾ, ਲੁੱਟਣਾ ਆ। ਤੁਸੀਂ ਹਿਸਟਰੀ ਪੜ੍ਹੋ। ਐਮਨਾਬਾਦ ਦੀ ਲੁੱਟ ਤੋਂ ਬਾਅਦ ਬਾਬਰ ਨੇ ਲੁੱਟ ਨਹੀਂ ਕੀਤੀ। ਆਹ ਹੈ ਮਾਰਗ, ਇਹ ਹੈ ਮਾਰਗ। ਇਹਨੂੰ ਕਹਿੰਦੇ ਨੇ ਭੂਲੇ ਮਾਰਗ ਜਿਹਨੇ ਮਤਾਇਆ। ਗੁਰੂ ਨਾਨਕ ਕਹਿੰਦੇ ਤੇਰਾ ਦੇਖੋ ਨਾ, ਸਮਝ ਸੌਖੀ ਗੱਲ ਆ। ਜਿਹੜਾ ਲੁੱਟਣ ਵਾਲਾ ਉਹਦਾ ਮਾਰਗ ਕੀ ਹੁੰਦਾ? ਲੁੱਟ ਕਰੋ, ਜਿੰਨੀ ਮਰਜ਼ੀ ਕਰੋ, ਜਿਸ ਤਰ੍ਹਾਂ ਕਿ ਕੋਈ ਮਰਜ਼ੀ ਵੇ ਹੋਏ, ਲੁੱਟੋ। ਉਹ ਲੁੱਟਣ ਦਾ ਤਰੀਕਾ ਲੱਭਦੇ ਨੇ, ਕਿਸੇ ਰੂਪ 'ਚ ਲੱਭਣ। ਉਹਨਾਂ ਨੇ ਲੁੱਟਣਾ ਗਾ। ਹਿੰਦੁਸਤਾਨ ਨੂੰ ਅੱਜ ਤੱਕ ਲੁਟੇਰਿਆਂ ਨੇ ਲੁੱਟਿਆ ਹੀ ਸੀ। ਲੁਟੇਰੇ ਨੇ ਬੜੇ ਬੜੇ, ਜਿਹੜੇ ਲੁਟੇਰੇ ਸੀ ਲੁੱਟ ਕੇ ਲੈ ਜਾਂਦੇ ਸੀਗੇ। ਜਿਹੜੇ ਬੜੇ ਬੜੇ, ਜਿਹੜੇ ਕਹਿੰਦੇ ਸੀ ਅਸੀਂ ਰਾਜ ਕਰਨਾ ਹੈ, ਉਹਨਾਂ ਨੇ ਦਿੱਲੀ ਦੇ ਤਖਤ 'ਤੇ ਬੈਠਣਾ ਕੀਤਾ। ਉਹਨਾਂ ਨੇ ਰਾਜ ਕੀਤੇ। ਮੁਗਲ ਰਾਜ ਆਇਆ, ਲੁਟੇਰਿਆਂ ਦੇ ਰਾਜ ਨਹੀਂ ਆਏ। ਕੁਝ ਲੁਟੇਰੇ ਬਣ ਕੇ ਆਏ ਸੀ, ਉਹਨਾਂ ਨੇ ਰਾਜ ਬਾਅਦ ਧੱਕੇ ਨਾਲ ਕੀਤਾ। ਪਰ ਬਾਬਾ ਨਾਨਕ ਕਹਿੰਦਾ ਤੂੰ ਤਾਂ ਲੁਟੇਰਾ ਹੈ, ਤੇਰਾ ਮਾਰਗ ਤਾਂ ਨਹੀਂ ਇਹ ਤਾਂ ਲੁਟੇਰੇ ਵਾਲਾ ਮਾਰਗ। ਉਹ ਕਹਿੰਦਾ ਨਹੀਂ ਮੈਂ ਲੁਟੇਰਾ ਥੋੜ੍ਹੀ ਹਾਂ, ਹੋਰ ਕੀ ਆ ਫਿਰ? ਮੈਂ ਤਾਂ ਬਾਬਰ ਹੈ, ਮੈਂ ਤਾਂ ਬਾਦਸ਼ਾਹ ਹੈ। ਕਹਿੰਦੇ ਜੇ ਬਾਦਸ਼ਾਹ ਫਿਰ ਮਿਲ ਸਿਕੰਦਰ ਲੋਧੀ ਨੂੰ ਜਾ ਕੇ, ਫਿਰ ਲੋਧੀ ਨਾਲ ਗੱਲ ਕਰ। ਤੁਹਾਨੂੰ ਪਤਾ ਹੋਵੇ ਇਸ ਤੋਂ ਬਾਅਦ ਜਿਹੜੀ ਫਿਰ ਸਿੱਧੀ ਲੜਾਈ ਹੋਈ ਹੈ, ਪਾਣੀਪਤ ਦੀ ਲੜਾਈ ਲੋਧੀ ਨਾਲ ਹੋਈ ਹੈ, ਬਾਬਰ ਦੀ। ਇੱਥੇ ਲੋਧੀ ਹਾਰਦਾ ਹੈ। ਉਹ ਕਹਿੰਦੇ ਵੀ ਤੂੰ ਇੱਥੇ ਪਬਲਿਕ ਤੇ ਕਿਉਂ ਉਹ ਕਰ ਰਿਹਾ? ਇਹ ਸੀ ਜਦੋਂ ਗੁਰੂ ਨਾਨਕ ਦਾ ਸੁਨੇਹਾ ਉਹਦੀ ਖੋਪੜੀ 'ਚ ਵੜਿਆ ਨਾ, ਬਾਬਾ ਕਹਿੰਦਾ ਤੇਰਾ ਮਾਰਗ ਤਾਂ ਲੁਟੇਰਿਆਂ ਵਾਲਾ, ਤੇਰਾ ਮਾਰਗ ਲੁਟੇਰਿਆਂ ਵਾਲਾ ਹੈ, ਜਾਬਰਾਂ ਵਾਲਾ ਹੈ, ਬਾਬਰ ਵਾਲਾ ਨਹੀਂ ਹੈਗਾ।
ਉਹਨੂੰ ਸਮਝ ਪੈ ਗਈ ਆਹ ਹੈ ਮਾਰਗ। ਭੁੱਲੇ ਮਾਰਗ ਜਿਨ੍ਹੇ ਬਤਾਇਆ। ਗੁਰੂ ਵੇ ਦਿੰਦਾ ਹੈ, ਗੁਰੂ ਰਸਤਾ ਦਿੰਦਾ ਹੈ। ਹੋਰ ਕਿਵੇਂ ਹੈ? ਗੁਰੂ ਨੇ ਰਸਤਾ ਦਿੱਤਾ ਹੈ। ਇਹ ਰਸਤਾ ਸੀ, ਇਹ ਸਮਝਾਉਣਾ ਸੀ ਬੰਦਿਆ ਤੂੰ ਹੋਰ ਆਸ ਲਾਈ ਬੈਠਾ, ਲਾਹੇ ਬਡਾਨੀ ਆਸ, ਬਾਕੀ ਦੀਆਂ ਆਸਾਂ ਲਾ ਛੱਡ ਇਹਨਾਂ ਆਸਾਂ ਨੂੰ। ਧਰ ਜੀਅਰੇ ਇੱਕ ਟੇਕ ਤੂੰ, ਤੇਰੇ ਅੰਦਰ ਇੱਕ ਰੱਬ ਦੀ ਟੇਕ ਹੋਵੇ। ਜਿਸ ਮਨੁੱਖ ਦੇ ਅੰਦਰ ਇੱਕ ਦਾ ਕਨਸੈਪਟ ਆ ਜਾਏ ਨਾ, ਇੱਕ ਦਾ, ਇੱਕ ਦੀ ਟੇਕ ਆ ਜਾਏ, ਫਿਰ ਉਹ ਦੁਨੀਆ ਦੇ ਉੱਤੇ ਕੋਈ ਜ਼ੁਲਮ ਨਾਂ ਦੀ, ਵਿਤਕਰੇ ਨਾਂ ਦੀ, ਭੇਦਭਾਵ ਦੀ ਨਾਂ ਦੀ ਗੱਲ ਹੀ ਕੋਈ ਕਰਦਾ ਹੈ। ਕਿਉਂਕਿ ਇੱਕ ਦਿਸਦਾ ਹੈ, ਦੋ ਤਾਂ ਦਿਸਦੇ ਹੀ ਨਹੀਂ। ਦੂਜੇ ਤੇ ਕਦੋਂ ਅਸੀਂ ਹਮਲਾ ਕਰਦੇ ਹਾਂ? ਜਦੋਂ ਦੂਜਾ ਦਿਸਦਾ। ਇਹ ਤਾਂ ਹੋਰ ਨਹੀਂ, ਇਹ ਹੋਰ ਨਹੀਂ, ਕਹਿਣ ਦੇ ਵਿੱਚ ਨਹੀਂ ਹੈ। ਅਸੀਂ ਮਾਨਸ ਕੀ ਜਾਤ ਸਭੇ ਏਕੇ ਪਹਿਚਾਨ। ਇਹ ਗੁਰੂ ਨੇ ਕਨਸੈਪਟ ਦਿੱਤਾ ਤੇ ਕਮਾਇਆ ਵੀ ਹੈ। ਇਹ 'ਚ ਕੋਈ ਦੂਜੀ ਰਾਏ ਨਹੀਂ ਹੈਗੀ। ਇਹ ਮਹਾਰਾਜ ਕਹਿੰਦੇ ਕਿਤੇ ਸਮਝ ਪੈ ਜਾਏ। ਭੂਲੇ ਮਾਰਗ ਜਿਨ੍ਹੇ ਬਟਾਇਆ, ਐਸਾ ਗੁਰਬਟ ਭਾਗੀ ਪਾਇਆ। ਸਿਮਰ ਮਨਾ ਰਾਮ ਨਾਮ ਚਿਤਾਰੇ, ਵਸ ਰਹੇ ਹਿਰਦੇ ਗੁਰ। ਹਿਰਦੇ ਵਿੱਚ ਜੀਰੇ, ਤੇਰੇ ਹਿਰਦੇ ਵਿੱਚ ਗੁਰਚਰਨ ਪਿਆਰੇ। ਗੁਰਚਰਨ ਕੀ ਹੈ? ਮੈਂ ਕਈ ਵਾਰੀ ਜ਼ਿਕਰ ਕਰਦੇ ਹਾਂ। ਅਸੀਂ ਕਹਿੰਦੇ ਹਾਂ ਜੀ ਗੁਰੂ ਦਾ ਚਰਨ ਨੇ ਹਿਰਦੇ 'ਚ ਵਸ ਜਾਣ। ਹਿਰਦੇ 'ਚ ਗੁਰੂ ਦੇ ਚਰਨ ਕਿਵੇਂ? ਚਰਨ ਮੀਨਜ਼ ਪੈਰ। ਆ ਤੁਸੀਂ ਕਈ ਵਾਰੀ ਜਾਂਦੇ ਹੋ ਨਾ ਵੀ ਜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ ਤੁਹਾਡੇ ਘਰੇ ਜਾਂਦਾ ਹੈ, ਅਤੇ ਅਸੀਂ ਬੜਾ ਕਹਿੰਦੇ ਜੀ ਸ਼ੁਕਰ ਆ ਮਹਾਰਾਜ ਦੇ ਸਾਡੇ ਘਰੇ। ਬੋਲੋ ਚਰਨ ਕਹਿੰਦੇ ਹੋ ਨਾ, ਪਰ ਐਂ ਤਾਂ ਨਹੀਂ ਕਹਿੰਦੇ ਵੀ ਮਤਲਬ ਓਨਲੀ ਤੁਹਾਡੇ ਘਰੇ ਪੈਰ ਹੀ ਆਏ ਹੋਣ। ਅਸੀਂ ਤਾਂ ਜੇ ਕੋਈ ਸਾਡਾ ਕਾਫੀ ਨੇੜੇ ਦਾ ਰਿਸ਼ਤੇਦਾਰ ਹੋਵੇ ਨਾ, ਕਈ ਮਹੀਨਿਆਂ ਬਾਅਦ ਆਵੇ ਵੀ ਧੰਨਵਾਦ ਜੀ ਤੇਰਾ ਬਹੁਤ ਬਹੁਤ ਸ਼ੁਕਰ ਆ ਸਾਡੇ ਘਰੇ ਪਧਾਰੇ, ਆਪ ਸਾਡੇ ਘਰੇ ਚੰਨ ਪਾਏ, ਐਂ ਕਹਿੰਦੇ ਨੇ। ਉਹਦੀ ਪੂਰੀ ਦੀ ਪੂਰੀ ਬਾਡੀ ਆ ਜਾਂਦੀ ਘਰੇ। ਚਰਨ ਤਾਂ ਨਹੀਂ ਇਕੱਲੇ ਉਹਦੇ ਵੀ ਇਕੱਲੇ ਚੰਗਾ ਯਾਰ ਮੈਂ ਤੇਰੇ ਪੈਰ ਭੇਜ ਤੇ ਘਰੇ, ਐਵੇਂ ਥੋੜ੍ਹੀ ਹੈ। ਚਰਨ ਦਾ ਮਤਲਬ ਕੀ? ਇਹਦਾ ਮਤਲਬ ਇਹ ਇਕੱਲੇ ਪੈਰ ਨਹੀਂ ਹੈ। ਚਰਨ ਦੇ ਅਰਥ ਆਚਰਣ ਵੀ ਹੈ। ਉਸ ਬੰਦੇ ਦੀ ਪੂਰੀ ਪਰਸਨੈਲਿਟੀ ਹੈ, ਉਹਦਾ ਕਿਰਦਾਰ ਹੈ, ਉਹ ਸਾਰੇ ਦਾ ਸਾਰਾ ਆਉਂਦਾ ਹੈ। ਸਾਡੇ ਘਰੇ ਜੇ ਗੁਰੂ ਗ੍ਰੰਥ ਸਾਹਿਬ ਅਸੀਂ ਗੁਰੂ ਦੇ ਚਰਨ ਕਹਿੰਦੇ ਜੀ, ਚਰਨ ਪੈ ਗਏ। ਮਾਫੀ ਚਾਹਾਂਗਾ ਕਈ ਸੱਜਣ ਤਾਂ ਐਵੇਂ ਵੀ ਕਰਦੇ ਨੇ ਵੀ ਮਹਾਰਾਜ ਸਰੂਪ ਜਦੋਂ ਆ ਜਾਂਦਾ ਵੀ ਸਾਡੇ ਇਸ ਘਰ ਦੇ ਵਿੱਚ ਆ ਗਏ, ਪਾਠ ਹੋ ਗਿਆ ਸਭ। ਲਓ ਜੀ ਨਹੀਂ ਜੀ ਸਾਡੇ ਸਾਰੇ ਕਮਰਿਆਂ 'ਚ ਜੀ ਚਰਨ ਪਵਾ ਦਿਓ। ਫਿਰ ਉਹ ਮਹਾਰਾਜ ਸਰੂਪ ਇਸ ਕਮਰੇ 'ਚ ਵੀ ਲੈ ਜਾਂਦੇ ਨੇ, ਇੱਧਰ ਵੀ ਲੈ ਜਾਂਦੇ ਨੇ, ਐਵੇਂ ਰਾਊਂਡ ਕਰਦੇ ਨੇ। ਦੇਖੋ ਆਪੋ ਆਪਣੀ ਭਾਵਨਾ ਹੈ। ਅਸਲੀਅਤ ਵਿੱਚ ਕੀ ਹੈ? ਗੁਰੂ ਦਾ ਚਰਨ ਕੀ ਹੈ? ਗੁਰੂ ਦਾ ਮੈਸੇਜ ਹੈ, ਸੁਨੇਹਾ ਆ ਗਿਆ। ਗੁਰੂ ਮੇਰੇ ਘਰੇ ਆ ਗਿਆ, ਚਰਨ ਪੈ ਗਏ ਉਹਦੇ। ਇਹ ਹੈ। ਇਸ ਹਿਰਦੇ 'ਚ ਤੁਸੀਂ ਕਿਵੇਂ ਫਿਰ ਪਾਓਗੇ? ਵਸ ਰਹੇ ਹਿਰਦਾ, ਇਸ ਹਿਰਦੇ 'ਚ ਗੁਰ ਚਰਨ ਪਿਆਰੇ। ਮੇਰੇ ਪਿਆਰੇ ਦੇ ਚਰਨ ਜਿਹੜੇ ਨੇ ਉਹ ਮੇਰੇ ਇਸ ਹਿਰਦੇ ਵਿੱਚ ਵਸ ਗਏ। ਕਿਵੇਂ ਵਸਣਗੇ ਬਈ? ਇਸ ਹਿਰਦੇ 'ਚ ਕਿਵੇਂ ਪੈਰ ਰੱਖੇ ਜਾਣਗੇ? ਵਸਣਾ ਕੀ ਹੈ? ਚਰਨ ਕੀ ਹੈ? ਫਿਰ ਗੁਰੂ ਦਾ ਸੁਨੇਹਾ। ਗੁਰੂ ਦਾ ਸੁਨੇਹਾ ਵਸਦਾ ਹੈ ਅੰਦਰ। ਜੇ ਜਦੋਂ ਗੁਰੂ ਦਾ ਸੁਨੇਹਾ ਹੀ ਅੰਦਰ ਆ ਗਿਆ ਨਾ, ਫਿਰ ਮਾਰਗ ਵੀ ਸਹੀ ਹੋ ਜਾਂਦਾ ਹੈ। ਇਹ ਮਾਰਗ ਹੈ, ਇਹ ਵੇ ਹੈ ਗੁਰੂ ਨੇ ਦੱਸਿਆ ਸਾਨੂੰ। ਅਸਲ ਵਿੱਚ ਜਦੋਂ ਮਨੁੱਖੀ ਜਿਹੜਾ ਜੀਵਨ ਹੈ ਇਹ ਬੰਦਾ ਭੁੱਲ ਜਾਂਦਾ। ਮੈਂ ਫਿਰ ਬੇਨਤੀ ਕਰਾਂ, ਮਹਾਰਾਜ ਕਹਿੰਦੇ ਭੁੱਲਿਆ ਹੋਇਆ ਹੈ, ਅਸੀਂ ਭੁੱਲੇ ਹੋਏ ਹਾਂ ਸਾਰੇ। ਇਹਨਾਂ ਨੂੰ ਯਾਦ ਕਰਾਉਂਦਾ ਗੁਰੂ। ਚਾਹੇ ਬੰਦਾ ਫੈਮਿਲੀ ਮੈਟਰ 'ਤੇ, ਸੋਸ਼ਲ ਮੈਟਰ 'ਤੇ ਜਾਂ ਪੋਲੀਟੀਕਲ ਮੈਟਰ 'ਤੇ, ਜਿੱਥੇ ਵੀ ਭੁੱਲਿਆ ਹੈ ਨਾ, ਉਹਦਾ ਆਪਣੇ ਮਾਰਗ ਕਰਕੇ ਭੁੱਲਿਆ, ਗੁਰੂ ਦੇ ਮਾਰਗ ਕਰਕੇ ਭੁੱਲਿਆ। ਨੈਵਰ, ਕਦੇ ਵੀ ਨਹੀਂ ਭੁੱਲ ਗਏ ਅਸੀਂ। ਮੈਂ ਗੁਰੂ ਵਾਲੀ ਗੱਲ ਹੀ ਛੱਡ ਦਿੱਤੀ। ਅੱਛਾ ਮੈਨੂੰ ਦੱਸੋ ਵੀ ਗੁਰੂ ਕਹਿੰਦਾ ਵੀ ਐਵੇਂ ਕਰੋ? ਗੁਰੂ ਨੇ ਨਹੀਂ ਕਿਸੇ ਨੂੰ ਕਿਹਾ। 14 ਜੰਗ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਲੜੇ ਨੇ। ਦੱਸੋ ਮੈਨੂੰ ਤੁਹਾਡੇ 'ਚ ਕੋਈ ਹੱਥ ਖੜਾ ਕਰਕੇ 14 ਜੰਗ ਜਿਹੜੇ ਗੁਰੂ ਗੋਬਿੰਦ ਸਿੰਘ ਜੀ ਨੇ ਲੜੇ ਨੇ, 4 ਜੰਗ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਨੇ ਲੜੇ ਨੇ, ਕੀ ਰਾਜ ਲੈਣ ਵਾਸਤੇ ਲੜੇ ਸੀ ਵੀ ਮੈਂ ਰਾਜ ਲੈਣਾ? ਯੂਕਰੇਨ ਦੇ ਉੱਤੇ ਰੂਸ ਦਾ ਕੀ ਹੈ? ਮੈਂ ਰਾਜ ਇਹਦੇ 'ਤੇ ਚਾਹੁੰਦਾ ਹੈ, ਇਹ ਮੇਰੇ ਅੰਡਰ ਰਵੇ। ਆਈ ਹੈ ਬਸ। ਤੇ ਬਾਬੇ ਨੇ ਕਾਹਦੇ ਵਾਸਤੇ? ਇਹ ਹੈ ਧਰਮ ਯੁੱਧ, ਮਨੁੱਖਤਾ ਦੇ ਲਈ ਲੜੇ ਸੀਗੇ। ਇਹ ਥੋੜ੍ਹੀ ਵੀ ਗੁਰੂ ਪਾਤਸ਼ਾਹ ਦੇ ਨਹੀਂ, ਮਨੁੱਖਤਾ ਦੇ ਲਈ। ਕਿਸੇ ਦੀ ਧੀ ਬੱਚੀ ਨੂੰ ਕੋਈ ਲੈ ਗਿਆ, ਉਹਨੂੰ ਲੈ ਕੇ ਆਉਣਾ, ਛੜਾ ਕੇ ਲਿਆਓ। ਬਾਬਾ ਅਜੀਤ ਸਿੰਘ ਨੂੰ ਭੇਜੇ, ਜਾਓ ਪੁੱਤਰ ਤੁਸੀਂ ਲੈ ਕੇ ਆਓ, ਛੜਾ ਕੇ ਲੈ ਕੇ ਆਉਂਦੇ ਨੇ। ਉਹ ਭਾਵੇਂ ਕਿਸੇ ਦੀ ਹੋਵੇ। ਅਬਦਾਲੀ ਕਿੰਨੀਆਂ ਬੱਚੀਆਂ ਲੈ ਕੇ ਜਾਂਦਾ ਲੁੱਟ ਕੇ। ਪੂਰੇ ਦਾ ਪੂਰਾ ਸਭ ਤੋਂ ਖਤਰਨਾਕ ਅਬਦਾਲੀ ਹੈ ਲੁਟੇਰਾ।
ਫਿਰ ਜਿਉਂ ਹੀ ਇੱਥੇ ਪਹੁੰਚਦਾ ਹੈ ਨਾ, ਪੰਜਾਬ ਦੀ ਧਰਤੀ ਦੇ ਇੱਥੇ ਦੀ ਫਿਜ਼ਾ ਦੇ ਯੋਧਿਆਂ ਨੇ ਘੇਰ ਲਿਆ ਤੇ ਸਭ ਕੁਛ ਉਹ ਬੱਚੀਆਂ ਛੜਾਈਆਂ, ਛੜਾ ਕੇ ਘਰੋਂ ਘਰੀ ਪਹੁੰਚਾਈਆਂ। ਇਹ ਜੰਗਾਂ ਕਾਹਦੇ ਵਾਸਤੇ ਸੀ? ਮਨੁੱਖਤਾ ਦੇ ਲਈ ਹੋ ਰਿਹਾ, ਮਨੁੱਖੀ ਕਿਰਦਾਰ ਦੇ ਲਈ ਹੋ ਰਹੀਆਂ ਨੇ। ਆ ਸੀਗਾ ਜੀਰਾ, ਇੱਥੇ ਬੰਦੇ ਨੇ ਰਸਤਾ ਹੀ ਛੱਡ ਦਿੱਤਾ। ਜਿਹੜੇ ਗੁਰੂ ਘਰਾਂ ਦੀ ਆਵਾਜ਼ ਇਹ ਸੀ ਨਾ, ਜਿਸ ਤੇ ਗੁਰੂ ਘਰ ਦੇ ਵਿੱਚ ਵੀ ਜੋ ਜੀ ਆਵੇ, ਇੱਥੇ ਜਿਹੜਾ ਆਉਂਦਾ ਰਾਜੀ ਜਾਣ ਦੀ ਗੱਲ ਸੀ, ਖੁਸ਼ੀ ਦੀ ਗੱਲ ਸੀ। ਉਹਨਾਂ ਗੁਰੂ ਘਰ ਦੇ ਵਿੱਚ ਥੋੜ੍ਹੀ ਜਿਹੀ ਅੱਜ ਦੀ, ਕਿਉਂਕਿ ਅੱਜ ਅਸੀਂ 2 ਦਿਨ ਸਮਾਗਮ ਰੱਖਿਆ ਸ੍ਰੀ ਨਨਕਾਣਾ ਸਾਹਿਬ ਦੇ ਸ਼ਹੀਦਾਂ ਦੀ ਪ੍ਰਦਾਇ। ਵੈਸੇ ਤਾਂ ਉਹ 21 ਜਿਹੜਾ ਅਸੀਂ ਦੇਖਦੇ ਹਾਂ 21 ਫਰਵਰੀ ਨੂੰ ਇਹ ਸਾਕਾ ਜਿਹੜਾ ਵਾਪਰਦਾ, 20 ਫਰਵਰੀ ਦੀ ਰਾਤ ਤੇ 20 ਫਰਵਰੀ ਮਾਰਨਿੰਗ ਤੋਂ ਲੈ ਕੇ 21 ਫਰਵਰੀ ਨੂੰ ਸਾਰੇ ਫਿਰ ਗੇਟ ਖੁੱਲ੍ਹਿਆ ਜਾਂਦਾ, ਫਿਰ ਜਾਂਦੇ ਨੇ, ਐਂਟਰ ਹੁੰਦੇ ਨੇ। ਇਹ ਉਹ ਸਥਾਨ ਹੈ ਨਨਕਾਣਾ ਜਿਸ ਥਾਂ ਦੇ ਉੱਤੇ ਬਾਬੇ ਨਾਨਕ ਦੀ ਆਮਦ ਹੁੰਦੀ ਹੈ, ਉਸ ਪੈਗੰਬਰ ਦੀ ਆਮਦ ਹੁੰਦੀ ਹੈ, ਜਿੱਥੇ ਕੀ ਸੀ, ਜਿਹੜੇ ਕਾਬਜ ਹੋ ਗਏ ਸੀ ਇਹਨਾਂ ਗੁਰਦੁਆਰਿਆਂ ਦੇ ਵਿੱਚ ਦੈਟ ਟਾਈਮ। ਇਹੀ ਮਹੰਤ ਸਿਸਟਮ ਸੀ। ਮਹੰਤ ਮਸੰਦ ਸਿਸਟਮ ਦਾ ਵਿਗੜਿਆ ਰੂਪ ਮਹੰਤ ਬਣਿਆ ਸੀ। ਤੇ ਇਹ ਅੱਜ ਤੁਸੀਂ ਦੇਖਦੇ ਹੋ ਨਾ, ਕਿਸੇ ਨੂੰ ਮਾਫੀ ਚਾਹਾਂਗਾ ਜੇ ਕਿਸੇ ਨੂੰ ਗਾਲ ਕੱਢਣੀ ਹੈ ਨਾ, ਉਹਨੂੰ ਮਹੰਤ ਕਹਿ ਦਿਓ। ਐਵੇਂ ਹੈ ਨਾ, ਇਹ ਕਿਸ ਤਰ੍ਹਾਂ ਦਾ ਕਰਪਟ ਹੋ ਗਿਆ। ਵਰਡ ਵੀ ਕਰਪਟ ਹੋ ਗਏ, ਇਹ ਵਰਡ ਵੀ ਕਰਪਟ ਨੇ, ਕਿਉਂਕਿ ਉਹ ਉਹਨਾਂ ਦੀ ਜਿਹੜੀ ਉਹਨਾਂ ਦੀ ਗੁਰਦੁਆਰਿਆਂ ਦੇ ਅੰਦਰ ਰਹਿਣੀ ਸਹਿਣੀ ਜਿਹੜੀ ਸੀ, ਉਹ ਵੇ ਮਾਰਗ ਜਿਹੜਾ ਸੀ ਉਹਨਾਂ ਦਾ ਬਿਲਕੁਲ ਗੁਰੂ ਦੇ ਉਲਟ ਸੀਗਾ। ਗੁਰੂ ਤਾਂ ਸਗੋਂ ਇੱਥੇ ਤਾਂ ਜਿਹੜਾ ਜੋ ਸ਼ਰਨ ਆਵੇ ਤਿਸ ਕੰਠ ਲਾਵੇ। ਇਸ ਘਰ ਦੇ ਵਿੱਚ ਤਾਂ ਜੇ ਕਿਸੇ ਦੀ ਬੱਚੀ ਧੀ ਦੀ ਇੱਜ਼ਤ ਕਿਤੇ ਮਹਿਫੂਜ਼ ਨਾ ਹੁੰਦੀ, ਉਹ ਆ ਕੇ ਹੱਥ ਜੋੜ ਕੇ ਕਹਿੰਦਾ ਸੀ ਵੀ ਮਹਾਰਾਜ ਮੇਰੀ ਧੀ ਦੀ ਇੱਜ਼ਤ ਫਲਾਣਿਆਂ ਦੇ ਹੱਥ ਹੈ, ਆਹ ਮੁਗਲ ਲੈ ਗਏ, ਆਹ ਲੈ ਗਿਆ। ਤੇ ਗੁਰੂ ਪਾਤਸ਼ਾਹ ਕਹਿੰਦੇ ਕੋਈ ਗੱਲ ਨਹੀਂ, ਤੁਸੀਂ ਜਾਓ ਸਿੰਘੋ ਲੈ ਕੇ ਆਓ। ਤੇ ਹੋਇਆ ਕੀ, ਉਲਟ ਇਹ ਮਹੰਤ ਸਿਸਟਮ ਇੰਨਾ ਕਰਪਟ ਹੋਇਆ ਕਿ ਇਸ ਗੁਰੂ ਘਰਾਂ ਦੇ ਵਿੱਚ ਬੱਚੀਆਂ ਡਰਦੀਆਂ ਗੁਰੂ ਘਰ 'ਚ ਆਉਂਦੀਆਂ ਨਹੀਂ ਸੀਗੀਆਂ। ਮੈਂ ਉਸ ਦਿਨ ਵੀ ਜ਼ਿਕਰ ਕੀਤਾ ਸੀਗਾ, ਇਹ ਇੰਨੀ ਜ਼ਿਆਦਾ ਕਰਪਟ ਸੀ। ਭਾਵੇਂ 1920 ਦੇ ਵਿੱਚ 1920 ਦੇ ਵਿੱਚ ਭਾਵੇਂ ਸ਼੍ਰੋਮਣੀ ਕਮੇਟੀ ਦੀ ਆਮਦ ਹੋ ਗਈ, ਪਰ ਜਿਹੜਾ ਮਹੰਤ ਸਿਸਟਮ ਸੀਗਾ ਹਜੇ ਬਹੁਤ ਜਗ੍ਹਾ 'ਤੇ ਕਾਬਜ਼ ਸੀ, ਕਿਉਂਕਿ ਉਦੋਂ ਤੱਕ ਜਿਹੜੇ ਗੋਰਿਆਂ ਦੇ ਪੈਰ ਨੇ ਬ੍ਰਿਟਿਸ਼ ਗੌਰਮੈਂਟ ਦੇ, ਉਹ ਸਾਰੇ ਫੈਲ ਚੁੱਕੇ ਸੀਗੇ। ਰਾਜ ਸੀ। ਜਦੋਂ ਵੀ ਕਿਤੇ ਇਸ ਤਰ੍ਹਾਂ ਦਾ ਕੁਝ ਹੁੰਦਾ ਹੈ, ਉਹਦੇ ਕੋਈ ਨਾ ਕੋਈ ਸ਼ੈ ਹੁੰਦੀ ਹੈ। ਇਹਨਾਂ ਮਹੰਤਾਂ ਨੇ ਪੂਰੇ ਦੇ ਪੂਰੇ ਜਿਹੜੇ ਮੌਕੇ ਦਾ DC ਹੈ, ਭਾਵੇਂ ਮਿਸਟਰ ਕੈਰੀ ਜਿਹੜਾ ਸੀਗਾ, ਉਹਨਾਂ ਦੇ ਨਾਲ ਸੰਬੰਧ ਵੀ ਨੇ, ਰਿਲੇਸ਼ਨਸ਼ਿਪ ਬਿਲਟ ਕੀਤੀਆਂ ਹੋਈਆਂ ਨੇ ਸਾਰੀ ਦੀ ਸਾਰੀਆਂ। ਤਾਂ ਪਰ ਹੁੰਦਾ ਕੀ ਸੀ, ਜੇ ਕੋਈ ਬੱਚੀ, ਮੈਂ ਉਸ ਦਿਨ ਵੀ ਕਿਹਾ ਸੀ ਵੀ ਇੱਕ ਅਫਸਰ ਜਿਹੜਾ ਹੈਗਾ ਸੈਸ਼ਨ ਜੱਜ ਹੈ, ਉਹ ਆਪਣੀ ਬੱਚੀ ਨੂੰ ਲੈ ਕੇ ਉਸ ਗੁਰਦੁਆਰੇ ਦੇ ਵਿੱਚ ਆਉਂਦਾ ਹੈ, ਮੱਥਾ ਟੇਕਣ ਦੇ ਲਈ ਆਉਂਦਾ ਹੈ, ਤੇ ਉਹਦੇ ਨਾਲ ਇੱਕ ਤਰ੍ਹਾਂ ਦੀ ਬੜੀ ਘਿਨਾਉਣੀ ਹਰਕਤ ਕੀਤੀ ਜਾਂਦੀ ਹੈ। ਤਾਂ ਉਸ ਬੱਚੀ ਦੇ ਜਿਹੜੀ ਤਰਾਹ ਕੱਢਣ ਵਾਲੀਆਂ ਗੱਲਾਂ ਸੀਗੀਆਂ, ਇਹ ਗੁਰਦੁਆਰੇ ਦੇ ਵਿੱਚ ਹੋਇਆ। ਉਹਨੇ ਰੌਲਾ ਪਾਉਣ ਦੀ ਬਜਾਏ ਸਗੋਂ ਉਹਨੂੰ ਰੌਲਾ ਪਾਉਣ ਦੇ ਰੋਕਣ ਦੀ ਬਜਾਏ ਉਹਨਾਂ ਨੇ ਸਾਹਮਣਾ ਤਾਂ ਕੀ ਸੀ, ਉਲਟ ਉਹਦੇ ਨਾਲ ਹੋਰ ਜ਼ਿਆਦਾ ਉਹਦੇ ਨਾਲ ਤਸੱਦਦ ਕੀਤਾ ਗਿਆ। ਫਿਰ 6 ਔਰਤਾਂ ਗੁਰਦੁਆਰੇ ਦੇ ਵਿੱਚ ਆਉਂਦੀਆਂ ਨੇ, ਉਹਨਾਂ ਦੇ ਨਾਲ ਉਹਦੇ ਮਹੰਤ ਦੇ ਜਿਹੜੇ ਗੁੰਡੇ ਨੇ, ਉਹਨਾਂ ਨੂੰ ਬੜਾ ਮਾੜਾ ਉਹਨਾਂ ਦਾ ਬਿਹੇਵੀਅਰ ਕਰਦੇ ਨੇ। ਤੇ ਜਦੋਂ ਹੀ ਉਹਨਾਂ ਲੋਕਾਂ ਨੇ ਵਿਰੋਧਤਾ ਕੀਤੀ, ਉਹ ਪਤਾ ਕੀ ਕਹਿੰਦੇ ਸੀਗੇ, ਵੀ ਤੁਸੀਂ ਆਪਦੀਆਂ ਘਰ ਜਿਹੜੀਆਂ ਔਰਤਾਂ ਨੇ ਨਾ, ਇਹਨਾਂ ਨੂੰ ਕੋਈ ਗੁਰਦੁਆਰਾ 'ਚ ਨਾ ਆਇਆ ਕਰੋ। ਆਹ ਹਾਲਾਤ ਬਣਾ ਦਿੱਤੇ ਸੀ ਮਹੰਤ ਸਿਸਟਮ ਨੇ। ਇਹ ਗੁਰੂ ਦਾ ਵੇ ਤਾਂ ਨਹੀਂ ਸੀਗਾ। ਮੈਂ ਉਸ ਦਿਨ ਵੀ ਕਹਿ ਰਿਹਾ ਸੀ, ਜਦੋਂ ਬੱਚੀ ਦੇ ਨਾਲ ਸਾਰੀ ਰਾਤ ਕੁਕਰਮ ਕੀਤਾ ਉਹਦੇ ਮਹੰਤ ਦੇ, ਨਾਰਾਇਣੂ ਦੇ ਮਹੰਤ ਦੇ ਚੇਲਿਆਂ ਨੇ ਨਾ, ਤੇ ਜਦੋਂ ਵਾਪਸ ਆਉਂਦੀ ਹੈ ਨਾ, ਆ ਕੇ ਉਹਦੇ ਪਿਓ ਦੇ ਗਲ ਲੱਗ ਕੇ ਗਲਵੱਕੜੀ ਪਾ ਕੇ ਧਾਹਾਂ ਮਾਰਦੀ ਹੈ, ਕਹਿੰਦੀ ਪਿਤਾ ਜੀ ਇਹ ਨਨਕਾਣਾ ਸਾਹਿਬ ਤਾਂ ਨਹੀਂ ਹੋ ਸਕਦਾ ਜਿਹੜੇ ਤੁਸੀਂ ਬਾਬੇ ਨਾਨਕ ਦੀ ਗੱਲ ਕਰਦੇ ਹੋ। ਇਹ ਨਨਕਾਣੇ ਦੀ ਧਰਤੀ ਆ, ਇੱਥੇ ਆ ਕੁਝ ਹੋ ਰਿਹਾ ਹੈ। ਇਹ ਐਡੀ ਵੱਡੀ ਸ਼ਹਾਦਤ ਜਿਹੜੀ ਹੁੰਦੀ ਹੈ, ਤੇ ਇਹ ਤਾਂ ਗੁਰੂ ਕੇ ਸਿੱਖਾਂ ਨੇ ਜਦੋਂ ਕਿਹਾ ਵੀ ਇਹ ਤਾਂ ਬਿਲਕੁਲ ਕਰਪਟ ਹੋ ਗਏ, ਬੰਦ ਕਰਨਾ ਚਾਹੀਦਾ। ਖੈਰ ਮੈਂ ਬੇਨਤੀ ਕਰਾਂ, ਸਮਾਂ ਥੋੜ੍ਹਾ ਹੀ ਹੈ, ਕਿ ਇਹ ਫਿਰ SGPC ਦੇ ਜਿਹੜੇ ਨੁਮਾਇੰਦੇ ਸੀ, ਮਾਸਟਰ ਤਾਰਾ ਸਿੰਘ ਹੋਰੀ ਹੋ ਗਏ, ਹੋਰ ਸਾਰੇ, ਉਹਨਾਂ ਨੇ ਸਾਰਿਆਂ ਰਲ ਮਿਲ ਕੇ ਇਹ ਫੜਾਇਆ ਗਿਆ ਸੀ ਕਿ 5-6 ਮਾਰਚ ਤੱਕ ਜਿਹੜਾ ਮਾਰਚ ਆਉਣਾ, 5-6 ਮਾਰਚ ਤੱਕ ਵੀ ਇੱਕ ਬਹੁਤ ਵੱਡੇ ਲੈਵਲ 'ਤੇ ਅਸੀਂ ਇਕੱਤਰਤਾ ਕਰਾਂਗੇ। ਉਸ ਇਕੱਤਰਤਾ ਦੇ ਵਿੱਚ ਸਾਰੇ ਦਾ ਸਾਰਾ ਸਿਸਟਮ ਇਹਨਾਂ ਤੋਂ ਲਿਆ ਜਾਏਗਾ। ਤਾਂ ਹੁੰਦਾ ਕਿ ਉਸ ਤੋਂ ਇਸ ਖਬਰ ਜਿਹੜੀ ਹੈ ਉਹ ਸਾਰੇ ਦੇ ਸਾਰੇ ਹੁਣ ਫੈਲ ਗਈ। ਇਹਨਾਂ ਨੇ ਇਕੱਤਰਤਾ ਕਰਨਾ ਸ਼ੁਰੂ ਕਰਤੇ। ਮਹੰਤਾਂ ਨੇ ਵੀ ਜਿਹੜੀ ਉਸ ਸਮੇਂ ਉਸ ਮਹੰਤ ਦੇ ਨਾਲ ਰੁੜੇ ਹੋਏ ਨੇ ਕੁਝ, ਉਹਨਾਂ ਨੇ ਨਾ ਲਾਹੌਰ ਦੇ ਵਿੱਚ ਇੱਕ ਆਪਣੀ ਜਿਹੜੀ ਹੈ ਰੱਖੀ ਹੈ ਮੀਟਿੰਗ ਦੇ ਵਿੱਚ। ਉਹ ਸੀ 19 ਦੀ ਰਾਤ, ਤੇ ਉਹਨੇ ਉੱਥੇ ਜਾਣਾ ਸੀ ਮਹੰਤ ਨੇ। ਤੇ ਇੱਧਰ ਗੁਰੂ ਕੇ ਸਿੱਖ ਕਹਿੰਦੇ ਵੀ ਇਹ ਇੱਕ ਮੌਕਾ ਸੀਗਾ
ਵੀ ਆਪਾਂ ਇਹ ਅੱਜ ਦੀ ਰਾਤ ਜਾਓ ਤੇ ਜਾ ਕੇ ਆਪਾਂ ਨੇ ਇਹਦੇ ਤੇ ਅਟੈਕ ਕਰਕੇ, ਅਟੈਕ ਦਾ ਮਤਲਬ ਕਿ ਆਪਾਂ ਜਾ ਕੇ ਕਾਬਜ਼ ਹੋ ਜਾਈਏ, ਫਿਰ ਸਾਨੂੰ ਕੱਢ ਨਹੀਂ ਸਕਦਾ ਇਹ, ਹੋਰ ਗੱਲ ਹੀ ਕੋਈ ਨਹੀਂ ਹੈਗੀ। ਇਹੀ ਹੁੰਦਾ ਨਾ, ਅਬ ਤੋਂ ਜਰੇ ਮਰੇ ਸਿੱਧ ਪਾਈਏ ਲੀਂਦੋ ਹਾਥ ਸੁਧੌਰਾ, ਫਿਰ ਤਾਂ ਚਾਹੇ ਜੋ ਮਰਾ ਹੋ ਗਏ, ਚਾਹੇ ਜੋ ਮਰਜੀ ਹੋ ਜਾਏ, ਹੁਣ ਨਹੀਂ। ਤਾਂ ਜਿਹੜੇ ਲਛਮਣ ਸਿੰਘ ਧਾਰੋ ਵਾਲੀ ਹੈ, ਤੇ ਜਾਂ ਫਿਰ ਅਸੀਂ ਕਹਿੰਦੇ ਕਰਤਾਰ ਸਿੰਘ ਝੱਬਰ ਹੈ, ਇਹਨਾਂ ਨੇ ਕਿਹਾ ਵੀ ਨਹੀਂ ਆਪਾਂ ਆਪਦੇ ਜੱਥੇ ਲੈ ਕੇ ਜਾਵਾਂਗੇ। ਅਰਦਾਸ ਵੀ ਹੋ ਜਾਂਦੀ ਹੈ, ਪਰ ਉਸੇ ਵਕਤ ਜਿਹੜੀ 19 ਦੀ ਰਾਤ ਜਿਹੜੀ ਹੈ, 20 ਦੀ ਸਵੇਰ ਹੋਣੀ ਹੁੰਦੀ ਹੈ, 19 ਦੀ ਰਾਤ ਨੂੰ ਜਿਹੜਾ ਇਹਨਾਂ ਨੇ ਸਾਰਾ ਬਣਾਇਆ ਸੀ ਵੀ ਜਿੱਥੇ ਖਰਾ ਸੌਦਾ ਹੁੰਦਾ, ਜਿਹਨੂੰ ਅਸੀਂ ਸੱਚਾ ਸੌਦਾ ਕਹਿੰਦੇ ਆ, ਗੁਰੂ ਨਾਨਕ ਸਾਹਿਬ ਦਾ ਚੂੜਕਾਣਾ ਵੇਖੇ, ਉੱਥੇ ਇਕੱਤਰਤਾ ਹੋਣੀ ਸੀਗੀ। ਇਹਨਾਂ ਨੇ ਸਾਰਿਆਂ ਨੇ ਆਪਣਾ ਅਰਦਾਸ ਕਰਕੇ ਫੈਸਲਾ ਕਰਕੇ ਵੀ ਇਸ ਟਾਈਮ ਉੱਥੇ ਪਹੁੰਚਣਾ ਹੈ। ਪਰ ਇੰਨੀ SGPC ਨੂੰ ਪਤਾ ਲੱਗ ਗਿਆ, ਉਹ ਕਹਿੰਦੇ ਵੀ ਕੋਈ ਗੱਲ ਨਹੀਂ, ਆਪਾਂ ਸਾਰੇ ਨਾਲ ਆ, ਆਪਾਂ ਵੱਡੀ ਇਕੱਤਰਤਾ ਕਰਾਂਗੇ, ਵੀ 3-4 ਮਾਰਚ ਕਿਹੜਾ ਦੂਰ ਆ, ਵੀ ਹੁਣ ਨਹੀਂ ਚੱਲਦੇ, 10-15 ਦਿਨਾਂ ਦੀ ਤਾਂ ਗੱਲ ਹੈ। ਪਰ ਜਿਉਂ ਹੀ ਉਹਨਾਂ ਨੇ ਸਨੇਹ ਭੇਜੇ, ਬਰਿਆਮ ਸਿੰਘ ਜਾਂਦਾ, ਦਲੀਪ ਸਿੰਘ ਜਾਂਦਾ, ਹੋਰ ਜਾਂਦੇ ਨੇ ਸਿੱਖ, ਤੇ ਉਹਨਾਂ ਨੇ ਕਰਤਾਰ ਸਿੰਘ ਝੱਬਰ ਨੂੰ ਤਾਂ ਮਿਲ ਗਏ, ਪਰ ਲਛਮਣ ਸਿੰਘ ਦਾ ਜਥਾ ਜਿਹੜਾ 150 ਦਾ ਉਹ ਨਹੀਂ ਮਿਲਦਾ ਹੈ। ਤੇ ਉਹ ਜਦੋਂ ਹੀ ਮਿਲਦਾ ਹੈ ਬਿਲਕੁਲ ਨਨਕਾਣਾ ਸਾਹਿਬ ਦੇ ਕੋਲੇ ਜਾ ਕੇ, ਉੱਥੇ ਜਾ ਕੇ ਮਿਲਦਾ ਹੈ। ਫਿਰ ਉਹਨੂੰ ਕਿਹਾ ਵੀ ਜਾ ਕੇ, ਉਹ ਕਹਿੰਦੇ ਨਹੀਂ ਆਹ ਹੈ ਅਰਦਾਸ ਦੀ ਅਹਿਮੀਅਤ। ਉਹ ਕਹਿੰਦੇ ਅਸੀਂ ਅਰਦਾਸ ਕਰਕੇ ਤੁਰ ਪਏ, ਹੁਣ ਚਾਹੇ ਜੋ ਮਰਜ਼ੀ ਹੋ ਜਾਏ, ਅਸੀਂ ਵਾਪਸ ਨਹੀਂ ਜਾਣਾ ਹੈ, ਚਾਹੇ ਆਪਣੀ ਸ਼ਹਾਦਤ ਹੋ ਜਾਏ, ਸਾਨੂੰ ਕੋਈ ਪਰਵਾਹ ਨਹੀਂ ਹੈਗੀ। ਇਹ ਹੈ, ਉਹਨਾਂ ਨੇ ਐਕਸੈਪਟ ਕਰ ਲਿਆ, ਪਹਿਲਾ ਮਰਨ ਕਬੂਲ, ਪਹਿਲਾ ਮਰਨ ਕਬੂਲ, जीवन की छाड़ आस, जीवन की छाड़ आस, कबीर पहला मरण कबूल जीवन की छड़ आस, हो सबना की रेणुका तो आओ हमारे पास। ये बडानी आस जिहड़ी है ना, दूजी आसां, ये बाबा कहंदा ला दे परे, इन्हां ते कोई यकीन ना करी, रख आस रखनी है तो निरंकार दी रखनी है, वाहिगुरू देखने। खैर लछमण सिंह का जथा चलिया गया, जाके उन्होंने अपने अंदर जाके सवेर होंदी, हुण रात का वक्त सी ते सवेर सार जिवें 12 बजे तो बाद असीं कहने ना अमृत वेला शुरू हो जाता है, अगला दिन शुरू हो जाता है। तो सिखां ने जाके अमृत वेले आसा दी वार कीर्तन करना शुरू किया, ते आप गुरु के सिख ताबे बैठते हैं। ਹੁਣ ਇਸੇ ਦੌਰਾਨ ਹੀ ਫਿਰ ਜਿਹੜਾ ਰਾਤ ਦਾ ਉਹਨੂੰ ਪਤਾ ਲੱਗ ਜਾਂਦਾ, ਜਿਵੇਂ ਮੈਂ ਦੱਸਿਆ ਸੀ, ਉਹਨੇ ਮੀਟਿੰਗ 'ਤੇ ਜਾਣਾ ਸੀ, ਮੀਟਿੰਗ ਕੈਂਸਲ ਕਰ ਦਿੱਤੀ, ਆਪਣੇ ਗੁੰਡੇ ਬੁਲਾਏ ਹੋਏ ਸਨ, ਸਾਰਾ ਕੁਝ ਰੱਖਿਆ ਹੋਇਆ ਸੀ ਗੁਰਦੁਆਰੇ ਦੇ ਵਿੱਚ। ਉਹਨੇ ਜਿੱਥੇ ਤੇਲ ਦੇ ਪੀਪੇ ਸੀ, ਲੱਕੜਾਂ ਸੀ, ਬਹੁਤ ਕੁਝ ਲਾ ਕੇ ਰੱਖਿਆ ਸੀ, ਜਿਹਨੇ ਹਥਿਆਰ ਸੀ, ਗੋਲੀ ਬਰੂਦ, ਸਭ ਕੁਝ ਉਹਦੇ ਕੋਲੇ ਸੀ। ਗੁੰਡਿਆਂ ਕੋਲੇ ਕੀ ਉਹਨਾਂ ਨੂੰ ਕਿਸੇ ਨਾਲ ਪ੍ਰੇਮ ਥੋੜ੍ਹੀ ਹੁੰਦਾ ਹੈ। बस ज्यों ही फिर अंदर बढ़ता है, शराब का रज्या होया वो महंत कहता जो तुहाडे तो हुंदा वो करो। फिर उन्होंने जो उन्होंने तो सरिया गोलियां चलाइया गई, आप बरशे लैके फिर ज्यों बढ़ते ने गुरु के सिखां 150 के पता नहीं किन्ने क टोटे किए उन्होंने। जिहड़ा ताबिया बैठा है, ये भी इतिहास कहता गुरु पातशाह की गोली लगती है, जे उस जिहड़ा है जिथे 462 तो आसा दी वार शुरू होंदी है, तो उत्थों लैके अगे तक 1200 अंग तक गोली जाती हैगी। गुरु के सिख के जोड़े हथ ने वो ब्लड खून वो लग जाता, रोकता जो। इस तो बाद फिर जेड़े गुरु के सिखां नूं धू के बाहर लिजाया गया, कटाबड्डी की। भाई लछमण सिंह जी जोड़े सीगे इस जथे के मुखी ने, मैं अज सोच रहा सीगा ना भी उन्होंने भी पता है ना भी जेड़ा इस पूरे के पूरे ग्रुप नूं हैंडल करता है ना, जथेदार है जोड़ा, वो कौन आ? भाई लछमण सिंह आ। ਇਹਨੂੰ ਸਜ਼ਾ डिफरेंट टाइप की देवो। कित्थे आ ਜਿਹੜਾ जंड है, मैं उस दिन भी जिक्र कर रहा सी, सानू मिर्जे का जंड बहुतिਆਂ ਨੂੰ याद है, पर ननकाणे का जंड सानू नहीं याद हैगा, जिथे गुरु के सिखां नूं भाई लछमण सिंह नूं लटका के उपर तेल पाया तो अग लगा दी। तो भाई बरियाम सिंह, भाई दलीप सिंह जो पता लगे भी, क्योंकि गुरुद्वारे का मेन गेट उन्होंने बंद कर लिया, कहते भी अंदर लगता कोई अटैक कर दिता उन्होंने। वो दौड़ के अंदर जाते हैं, ज्यों ही अंदर बढ़ते हैं उस महंत ने वो भी पकड़ ले, उन्होंने उत्थे ही गेट के उत्ते तेल पा के उत्थे अग लाती। अध सड़ी लाश जिहड़ियां ने वो अगले दिन, मैं फिर बेनती करदा, तो ये सारे का सारा वरतारा पूरा उन्होंने किया रज के, जिन्होंने कहते रज के, कहते इंतहा कर दी सी मीर मनु वाली भी ऐसे ऐसे। फिर खिच के टोटे कर करके एक पासे ढेर ला के अग ला धुआका ही कर दिता सी गुरु के सिखां दा।
इस हालात दे विच पूरी दी पूरी ननकाणे दी धरती दे उत्ते, उस धरती ते जिथे बाबा नानक आया सी, ਉਹਨੂੰ ਇਹਨਾਂ ने फना किया उस धरती के उत्ते, ते गुरु नानक पातशाह के पावन पवित्र स्थान इन्होंने मलीन किया। ये महंत सिस्टम ने। फिर खैर 20 तरीक की जो ही ये सारा वरतारा होंदा है, सिख संगतां नूं दूरों नेड़े पता लगता, जो मौके का DC है, कमिश्नर है, सब पहुँच जाते हैं। कैरी मिस्टर कैरी जो जाते हैं, उन्होंने आके देखा तो ये भी कहा जाता उन्होंने खड़े ते भी हजे वो अग ला रहे थे, उन्हें खड़े ते भी, पर उन्हें कुछ नहीं किया है। 2 घंटे 3 घंटे बाद फिर जाके उन्होंने अरेस्ट किया गया, लाहौर की जेल च भेजा, क्योंकि उन्होंने पता सी सब मिले हुए सी भी एक बार कढ़ो तो सही बाहर, जोड़े मिले होंगे ने ना, फिर उन्होंने आउन लग्या भी कोई वो नहीं होंदा। आ देखिए पिछले साल साढ़े सिस्टम के क्या पैराल जब मर्जी दे दो, जी करता जिहदे हफ्ते चलती है, तो जोड़े सजावां भुगत चुके हैं हजे तक उन्होंने कोई मतलब नहीं है, जबकि साड़ा कॉन्स्टिट्यूशन जोड़ा है वो ये इजाजत ही नहीं दिता, पर मर्जी है ना, जो मिले होंगे ने फिर सब कुछ होंगे। खैर अज फिर वो सारे का सारा वरतारा होंदा। फिर जो देखा गुरु के सिख संगत सब भाई करतार सिंह झब्बर भी पहुँच गए जथा लैके, कहते तुसीं जाना नहीं है, DC ने भी रोकता, कमिशन ने रोकता। वो कहते भी देखो जावांगे तो सही, भावें हुण अज चाहे जो मर्जी हो जाए, पहला मरण कबूल जीवन की हुण साडी कोई और आस नहीं, चाहे मर जाइए अज ननकाना आज़ाद कराउणा ही कराउणा। इन्ना कुछ हो भी गया तो फिर भी असीं मुड़ जाइए। फिर आखिरकार उन्होंने कहा भी ठीक है, तुहानूं असीं गेट खोल देंगे, चाबियां तुहानूं दे देंगे, कब्जा कर देंगे। ये सारे फड़े भी गए, कईयां नूं जेलां भी होईयां, फिर छड्ड दिते गए, वक्री गल है, समा नहीं मेरे कोल। अज दे दिन वो महान शहादतां होंदियां ने, जिन्हें प्रथा 2 दिन का समागम है। तो गुरु पातशाह कहते धर जीए रे कटेक तू लाहे बिडानी आस, होर आस नूं ला दो, सिर्फ तेरे अंदर गुरु के नाम की आस होनी चाहिए है। इन्हें एक बचन प्रवान करनी उन्होंने महान शहीदां नूं, जिन्होंने इस वास्ते अपने गुरु के धामां वास्ते रोज़ पढ़ते ना कि गुरुद्वारियां की सेवा लई कुर्बानियां कीतियां, धर्म नहीं हारिया, तिन्हां दी नेक ते पवित्र कमाई का ध्यान करके बोलो जी वाहिगुरू। ये उन्हां दी याद विच है अज दा दिन। सो सब दा धन्नवाद, कोटानुकोट शुक्र श्री गुरु ग्रंथ साहिब महाराज दे। आओ कह के समाप्ति करिए। सिर जावे तां जा